ਸੰਸਾਰ ਭਰ ਵਿੱਚ ਵਸਦੀਆਂ ਸਮੂਹ ਗੁਰੂ ਸਰੂਪ ਸੰਗਤਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀ, ਉਹ ਤੁਹਾਨੂੰ ਕੁਝ ਦਿਨਾਂ ਤੋਂ ਦੋ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਜਿਹੜੀਆਂ ਇੱਕ ਤਾਂ ਸਰਸਾ ਨੂੰ ਕੋਰਟ ਨੇ ਇਹ ਕਲੀਅਰ ਕੀਤਾ ਕਿ ਤੂੰ ਬਾਹਰ ਨਹੀਂ ਜਾ ਸਕਦਾ, ਤੂੰ ਕਰਪਟ ਆ, ਤੂੰ ਕਰਪਸ਼ਨ ਕੀਤੀ ਆ, ਤੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਇਹਦਾ ਪਾਸਪੋਰਟ ਲੈ ਲਿਆ ਜਾਵੇ, ਇਹਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ। ਕਰੋੜਾਂ ਰੁਪਈਆਂ ਦੀ ਕਰਪਸ਼ਨ ਹੈ, ਉਹਦੇ ਬਾਵਜੂਦ ਸਰਸਾ ਝੂਠ ਬੋਲੀ ਜਾ ਰਿਹਾ ਤੇ ਸੀਟ ਤੇ ਟਿਕਿਆ ਹੋਇਆ। ਇੱਕ ਹਰਪ੍ਰੀਤ ਸਿੰਘ ਨੇ ਜਥੇਦਾਰ ਦੇ ਤੌਰ ਤੇ ਮੀਟਿੰਗ ਬੁਲਾਈ ਅਕਾਲ ਤਖਤ ਸਾਹਿਬ ਤੇ ਉਹਦੇ ਵਿੱਚ ਕੁਝ ਜਿਹੜੇ ਵੀ ਲੋਕ ਆਏ, ਬਾਦਲ ਦੇ ਪੰਥਕ ਲੋਕ, ਉਹਨਾਂ ਦੇ ਵਿੱਚ ਇੱਕ ਪੁਲਿਸ ਅਫਸਰ ਆਇਆ ਖਟੜਾ, ਉਹਨੇ ਇੱਕ ਭਾਸ਼ਣ ਕੀਤਾ 1 ਘੰਟੇ ਦਾ। ਉਹਨੂੰ ਸੁਣ ਕੇ ਬੀਬੀ ਜਗੀਰ ਕੌਰ ਨੇ ਆਪਣਾ ਭਾਸ਼ਣ ਕੀਤਾ। ਤੇ ਇਹ ਤਿੰਨ ਚੀਜ਼ਾਂ ਜਿਹੜੀਆਂ, ਤਿੰਨ ਗੱਲਾਂ ਹਰਪ੍ਰੀਤ ਸਿੰਘ ਵੱਲੋਂ, ਪੁਲਿਸ ਅਫਸਰ ਵੱਲੋਂ, ਬੀਬੀ ਜਗੀਰ ਕੌਰ ਵੱਲੋਂ ਜਿਹੜੀਆਂ ਕਹੀਆਂ, ਉਹ ਹਜਮ ਨਹੀਂ ਹੋ ਰਹੀਆਂ। ਉਹ ਬਿਲਕੁਲ ਝੂਠ ਦੀ ਕੰਧ ਨੂੰ ਪਾਰ ਕਰਕੇ ਇਹ ਫਿਰ ਬਿਆਨ ਕੀਤੀਆਂ ਗਈਆਂ। ਇੱਕ ਤਾਂ ਜਿਹੜਾ ਪੁਲਿਸ ਅਫਸਰ ਨੇ ਜੋ ਕੁਛ ਵੀ ਭਾਸ਼ਣ ਦਿੱਤਾ ਉਹ ਬੀਬੀ ਨੇ ਸੁਣਿਆ। ਪੁਲਿਸ ਅਫਸਰ ਨੇ ਬਿਆਨ ਦਿੱਤਾ ਕਿ ਇਹ ਜਿਹੜਾ ਦੋਸ਼ੀ ਸੀ ਬਰਗਾੜੀ ਕਾਂਡ ਦਾ, ਉਹ ਸਿੱਖ ਬੱਚੇ ਸੀ ਤੇ ਪ੍ਰਚਾਰਕ ਸੀ, ਕਿਉਂਕਿ ਉਹਨਾਂ ਨੇ ਧਰਨੇ ਲਾਏ। ਤੋ ਪੁਲਿਸ ਅਫਸਰ ਨੇ ਇਹ ਨਹੀਂ ਦੱਸਿਆ ਕਿ ਉਹਨੇ 5 ਸਾਲਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹ 'ਚ ਫਿਰ ਫੜਿਆ ਕਿਉਂ ਨਹੀਂ, ਤੁਸੀਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਕਿਉਂ ਨਹੀਂ ਫੜਿਆ। ਪੁਲਿਸ ਅਫਸਰ ਇਹ ਨਹੀਂ ਦੱਸਦਾ ਕਿ ਧਰਨੇ ਤੇ ਬੈਠਣ ਵਾਲਿਆਂ ਨੂੰ ਗੋਲੀ ਕਿਹਨੇ ਮਾਰੀ, ਗੋਲੀਆਂ ਨਾਲ ਵਿੰਨਣ ਵਾਲੇ ਨੂੰ ਸਨਮਾਨਿਤ ਕਿਉਂ ਕੀਤਾ ਗਿਆ ਪ੍ਰਬੰਧਕ ਕਮੇਟੀ 'ਚ, ਇਹ ਪੁਲਿਸ ਅਫਸਰ ਨਹੀਂ ਦੱਸਦਾ ਤੇ ਨਾ ਹੀ ਬੀਬੀ ਦੱਸਦੀ। ਬੀਬੀ ਤੇ ਇੱਥੋਂ ਤੱਕ ਕਹਿੰਦੇ ਆ ਕਿ ਇੱਕ ਮਾਂਝੀ ਸਾਂਝੀ ਵਰਗੇ ਪ੍ਰਚਾਰਕਾਂ ਨੇ ਧਰਨੇ ਲਾਏ ਤੇ ਉਹਨਾਂ ਨੇ ਇਹ ਦੋਸ਼ੀ ਨੇ, ਧਰਨਾ ਲਾਉਣ ਵਾਲੇ ਦੋਸ਼ੀ ਨੇ, ਧਰਨੇ ਲਾਉਣ ਵਾਲਿਆਂ ਤੇ ਗੋਲੀ ਚਲਾ ਕੇ ਵਿੰਨਣ ਵਾਲੇ ਦੋਸ਼ੀ ਨਹੀਂ। ਵਿੰਨਣ ਵਾਲੇ ਪੁਲਿਸ ਅਫਸਰਾਂ ਨੂੰ ਹੁਕਮ ਦੇਣ ਵਾਲਾ ਬਾਦਲ ਦੋਸ਼ੀ ਨਹੀਂ। ਬੀਬੀ ਜੀ, ਤੁਸੀਂ ਕਿਹਨੂੰ ਬੇਵਕੂਫ ਬਣਾ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਰਾਮ ਰਹੀਮ ਦਾ ਕੇਸ ਵਾਪਸ ਲਿਆ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਲਿਬਾਸ ਪਾ ਕੇ ਉਹਨੇ ਕੁਕਰਮ ਕੀਤਾ ਸੀ, ਉਹ ਦੋਸ਼ੀ ਨਹੀਂ। ਤੁਸੀਂ ਬੀਬੀ ਜੀ ਸੰਗਤ ਦੀਆਂ ਅੱਖਾਂ 'ਚ ਘਾਟਾ ਨਹੀਂ ਪਾ ਸਕਦੇ। ਤੁਸੀਂ ਨਵੇਂ ਸਿਰਿਓਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਬਣਾ ਕੇ ਪੰਥ ਦਾ ਗਲ ਨਹੀਂ ਘੁੱਟ ਸਕਦੇ, ਨਾ ਹੀ ਤੁਹਾਡਾ ਜਥੇਦਾਰ। ਇਹ ਜਥੇਦਾਰ ਹਰਪ੍ਰੀਤ ਸਿੰਘ ਦੱਸੂਗਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਵਿੱਚ ਕਮਿਸ਼ਨ ਬਣਾਇਆ, ਸਿੱਟ ਬਣਾਈ, ਕਿਸੇ ਨੂੰ ਮੰਨਿਆ, ਕਿਸੇ ਸਿੱਟ ਨੂੰ, ਕਿਸੇ ਕਮਿਸ਼ਨ ਨੂੰ ਮਾਨਤਾ ਦਿੱਤੀ? ਪ੍ਰਬੰਧਕ ਕਮੇਟੀ ਬਾਦਲ ਤੇ ਅਕਾਲ ਤਖਤ ਇਕੱਠੇ ਚੱਲਦੇ ਰਹੇ। ਬਾਦਲ ਦੇ ਕਹਿਣ ਤੇ ਅਕਾਲ ਤਖਤ ਤੇ 5 ਗ੍ਰੰਥੀਆਂ ਨੇ ਉਹਦੀ ਕੋਠੀ ਆ ਕੇ ਰਾਮ ਰਹੀਮ ਨੂੰ ਮਾਫੀ ਦਿੱਤੀ। ਉਸ ਮਾਫੀ ਨੂੰ ਜਸਟੀਫਾਈ ਕਰਨ ਲਈ 96 ਲੱਖ ਦੇ ਇਸ਼ਤਿਹਾਰ ਕਮੇਟੀ ਨੇ ਦਿੱਤੇ। ਬੀਬੀ ਜੀ, 96 ਲੱਖ ਰੁਪਈਆ, 10 ਲੱਖ ਸਿੱਖ ਜਦੋਂ ਮੱਥਾ ਟੇਕਦੇ ਤਾਂ ਪੂਰਾ ਹੁੰਦਾ। ਤੁਸੀਂ ਪਾਣੀ ਦੀ ਤਰ੍ਹਾਂ ਬਹਾਇਆ। ਇਹ 10 ਲੱਖ ਸਿੱਖਾਂ ਦੀ ਨੇਕ ਨੀਅਤ ਦੀ ਕਮਾਈ ਤੁਸੀਂ ਰਾਮ ਰਹੀਮ ਨੂੰ ਜਸਟੀਫਾਈ ਕਰਨ ਲਈ ਦਿੱਤੀ ਹੈ। ਅੱਜ ਤੁਸੀਂ ਕੀ ਅਕਾਲ ਤਖਤ ਤੇ ਨਵਾਂ ਪ੍ਰਪੰਚ ਰਚ ਰਹੇ ਹੋ? ਇਹ ਦੱਸ ਰਹੇ ਕਿ ਇਹ ਪ੍ਰਕਾਸ਼ ਸਿੰਘ ਬਾਦਲ ਜਿਹੜਾ, ਇਹਦੇ ਖਿਲਾਫ ਅੱਜ ਗੱਲ ਕਿਉਂ ਹੋ ਰਹੀ ਹੈ? 15 ਦੀ ਗੱਲ ਕਿਉਂ ਹੋ ਰਹੀ, 84 ਦੀ ਕਿਉਂ ਨਹੀਂ ਹੋ ਰਹੀ? 84 ਦੀ ਗੱਲ ਕਿਹਨੇ ਕਰਨੀ ਸੀ? ਸਰਕਾਰਾਂ ਤੁਹਾਡੇ ਕੋਲ ਰਹੀਆਂ, ਕਮੇਟੀ ਤੁਹਾਡੇ ਕੋਲ, ਅਕਾਲ ਤਖਤ ਤੁਹਾਡੇ ਕੋਲ। 84 ਤੁਹਾਡੇ ਹੱਡਾਂ ਚੋਂ ਨਿਕਲੀ, ਤੁਹਾਡੀਆਂ ਅੱਖਾਂ ਸਾਹਮਣੇ ਬੀਤੀ, ਤਾਂ 84 ਦਾ ਜਸਟਿਸ ਲੈਣਾ ਕਿਹਨੇ ਸੀ? ਇਹ ਤੁਸੀਂ ਜਿਹੜਾ ਕਹਿ ਰਹੇ ਹੋ ਨਾ ਕਿ ਪ੍ਰਚਾਰਕ ਦੋਸ਼ੀ ਸੀ, ਸਿੱਖ ਦੋਸ਼ੀ ਸੀ, ਇਸ ਤਰ੍ਹਾਂ ਕਦੀ ਮਲੂਕੇ ਨੇ ਵੀ ਕਿਹਾ ਸੀਗਾ ਸਟੇਜ ਤੇ, ਤੇ ਪਰ ਇੱਕ ਸਿੱਖ ਨੇ ਥੱਪੜ ਮਾਰਿਆ ਸੀ ਉਹਦੇ ਮੂੰਹ ਤੇ, ਉਦੋਂ ਉਹ ਤੁਹਾਨੂੰ ਯਾਦ ਹੋਊਗਾ। ਸੰਗਤ ਦੇ ਵਿੱਚ ਨਾ ਕਹਿ ਬੈਠੇ ਹੋ ਕਿਤੇ। ਇਹ ਜਿਹੜਾ ਵੀ ਤੁਸੀਂ ਭਾਸ਼ਣ ਸੁਣ ਕੇ ਅੱਗੇ ਜਿਹੜੀ ਗੱਲ ਕੀਤੀ ਆ, ਉਹਦੇ ਵਿੱਚ ਇੱਕ ਹੋਰ ਬੜਾ ਵੱਡਾ ਝੂਠ ਬੋਲਿਆ। ਇੱਕ ਤੇ ਝੂਠਾ ਤੁਹਾਡਾ ਹਰਪ੍ਰੀਤ ਸਿੰਘ ਜਿਹੜਾ ਜਥੇਦਾਰ ਬਣਾਇਆ ਤੁਸੀਂ,
ਉਹਨੇ ਆਪਣੇ ਯਾਰ ਨੂੰ ਜੱਜ ਬਣਾ ਕੇ ਪੇਸ਼ ਕੀਤਾ, ਵਕੀਲ ਕਹਿ ਕੇ ਲਿਆਂਦਾ, ਤੇ ਹੈਗਾ ਮੁਜਰਮ ਜਿਹਨੂੰ 5 ਸਾਲ ਦੀ ਸਜ਼ਾ ਹੋਈ ਹੈ ਕਰਨਾਟਕਾ 'ਚ। ਉਹ ਮੁਜਰਮ ਜਿਹੜਾ ਉਹਨੂੰ ਕਰਨਾਟਕਾ ਦਾ ਉਹਨੂੰ ਤੇਲੰਗਾਨਾ ਦਾ ਐਡਵੋਕੇਟ ਕਹਿ ਕੇ ਲਿਆਂਦਾ, ਤੇ ਉਹਨੂੰ ਇੱਕ ਇਨਕੁਆਇਰੀ ਦਿੱਤੀ, ਤੇ ਜੱਜ ਆਇਆ ਨਹੀਂ, ਤੇ ਜੱਜ ਇਹਨੂੰ ਬਣਾਤਾ, ਤੇ ਉਸਨੇ ਜੋ ਕੁਫਰ ਤੋਲਿਆ ਉਹ ਤੁਹਾਡੇ ਸਾਹਮਣੇ ਹੈ। ਬੀਬੀ ਜੀ 327 ਸਰੂਪ ਕਿੱਥੇ ਗਏ? ਇਹ ਤੁਹਾਡਾ ਮਿਸਟਰ ਆਲੀ ਦੱਸ ਸਕਦਾ ਹੈ, ਡਾਕਟਰ ਰੂਪ ਸਿੰਘ ਦੱਸ ਸਕਦਾ ਹੈ, ਗੁਰਬਚਨ ਸਿੰਘ ਦੱਸ ਸਕਦਾ। ਇੱਕ ਹੋਰ ਜਿਹਦਾ ਮੈਨੂੰ ਨਾਂ ਨਹੀਂ ਆਉਂਦਾ, 4 ਤੁਹਾਡੇ ਸਕੱਤਰਾਂ ਦੇ ਸਾਈਨਾਂ ਨਾਲ ਸਲਿੱਪਾਂ ਬਣੀਆਂ, ਉਹ ਕਮਲਜੀਤ ਸਿੰਘ ਕੋਲ ਗਈਆਂ, ਉਹਨੇ ਉਹ ਸਰੂਪ ਚੁਕਾਏ। ਇਹ ਤੁਸੀਂ ਦੱਸ ਸਕਦੇ ਹੋ ਕਿਹੜੀ ਆਈਡੀ ਦੇ ਕੋਲ ਗਏ? ਅੱਜ ਤੁਸੀਂ ਇਹ ਕਹਿ ਦਿੱਤਾ ਹਰਪ੍ਰੀਤ ਸਿੰਘ ਨੇ ਕਿ ਉਹਨਾਂ ਦੇ ਪੈਸੇ ਨਹੀਂ ਆਏ, ਪੇਮੈਂਟ ਨਹੀਂ ਆਈ, ਹੋਰ ਕੋਈ ਲਫੜਾ ਨਹੀਂ। ਜੇ ਪੇਮੈਂਟ ਨਹੀਂ ਆਈ, ਖਸਮਾਂ ਨੂੰ ਖਾਏ, ਤੁਸੀਂ ਪੇਮੈਂਟ ਖਾ ਗਏ ਜਾਂ ਕੋਈ ਹੋਰ ਖਾ ਗਿਆ, ਪਰ ਆਈਡੀ ਦੱਸੋ ਕਿੱਥੇ ਗਏ? ਬਿਨਾਂ ਆਈਡੀ ਤੋਂ ਤੁਸੀਂ ਕਿੱਥੇ ਭੇਜ ਦਿੱਤੇ? ਤੁਸੀਂ ਝੂਠ ਕਿਉਂ ਬੋਲਦੇ ਹੋ? ਤੁਸੀਂ ਇੱਕ ਹੋਰ ਝੂਠ ਬੋਲਿਆ ਕਿ 84 ਦੇ ਵਿੱਚ ਇੱਥੋਂ ਏਜੰਸੀਆਂ 2,500 ਸਰੂਪ ਲੈ ਗਈਆਂ। ਤੁਸੀਂ ਇੱਥੇ ਬੜਾ ਤਕੜਾ ਝੂਠ ਬੋਲ ਰਹੇ। 8 ਸਾਲ ਤੋਂ ਤੁਸੀਂ ਜਵਾਬ ਨਹੀਂ ਦੇ ਰਹੇ ਹਾਈ ਕੋਰਟ 'ਚ। ਹਾਈ ਕੋਰਟ ਤੁਹਾਨੂੰ ਨੋਟਿਸ ਦੇ ਕੇ ਪੁੱਛ ਰਿਹਾ ਕਿ ਇਹ ਖਜ਼ਾਨਾ ਕਿੱਥੇ ਗਿਆ ਜਿਹੜਾ 84 ਦੇ ਵਿੱਚ ਫੌਜ ਲੈ ਗਈ ਜਾਂ CBI ਲੈ ਗਈ, ਉਹ ਕਿੱਥੇ ਗਿਆ? ਉਹ ਖਜ਼ਾਨਾ 90 ਤੋਂ ਪਹਿਲਾਂ 3 ਕਿਸ਼ਤਾਂ 'ਚ ਤੁਹਾਨੂੰ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਨੂੰ ਦਿੱਤਾ ਉਹਨਾਂ ਦੇ ਰਸੀਵ ਦੇ ਸਾਈਨ ਨੇ, ਉਹ CBI ਦੇ ਕੋਲ ਨੇ, ਉਹ ਕੋਰਟ ਦੇ ਕੋਲ ਨੇ, ਤੇ ਕੋਰਟ ਨੇ ਤੁਹਾਨੂੰ ਦਿਖਾਏ ਨੇ ਵੀ ਆਹ ਦੇਖੋ ਤੁਹਾਨੂੰ ਸੌਂਪੇ ਗਏ, ਦੱਸੋ ਕਿੱਥੇ ਗਿਆ? ਤੁਸੀਂ ਜਵਾਬ ਨਹੀਂ ਦੇ ਰਹੇ। ਨਾ ਦਿੱਤਾ ਮੱਕੜ ਨੇ, ਨਾ ਦਿੱਤਾ ਗੋਬਿੰਦ ਲੌਂਗੋਵਾਲ ਨੇ, ਨਾ ਦੇ ਰਹੇ ਹੋ ਤੁਸੀਂ, ਤੇ ਝੂਠ ਬੋਲ ਰਹੇ ਹੋ ਕਿ ਸਾਨੂੰ ਉਹ ਖਜ਼ਾਨਾ ਨਹੀਂ ਮਿਲ ਰਿਹਾ। ਉਹਦੀ ਗੱਲ ਨਹੀਂ, ਗੱਲ ਕੌਣ ਨਹੀਂ ਕਰ ਰਿਹਾ? ਤੁਹਾਡੇ ਤੋਂ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਦੇ ਹੁੰਦਿਆਂ ਮੈਂ 3 ਘੰਟਾ ਘਰ ਦੇ ਅੱਗੇ ਧਰਨਾ ਦੇ ਕੇ ਆਇਆ ਕਿ ਸਾਨੂੰ ਦੱਸੋ ਸਰੂਪ ਕਿੱਥੇ ਗਏ। ਤੁਸੀਂ ਦੱਸਣ ਜੋਗੇ ਹੈ ਨਹੀਂ, ਕਿਉਂਕਿ ਤੁਸੀਂ ਕੌਮ ਦੇ ਦੁਸ਼ਮਣਾਂ ਨੂੰ ਉਹ ਬੇਸ਼ਕੀਮਤ ਸਰਮਾਇਆ ਸੌਂਪ ਚੁੱਕੇ ਹੋ ਬਾਦਲ ਦੇ ਹੁਕਮ ਨਾਲ। ਬਾਦਲ ਦਾ ਤੁਸੀਂ ਨਾਂ ਨਹੀਂ ਲੈਣਾ ਚਾਹੁੰਦੇ। ਇਹ ਸਰਮਾਇਆ ਵਾਪਸ ਆਉਣਾ ਚਾਹੀਦਾ। ਬੀਬੀ ਜੀ ਤੁਸੀਂ ਜਵਾਬ ਦਿਓ, ਤੁਸੀਂ ਕੁਝ ਸੋਚ ਸਮਝ ਕੇ ਬੋਲੋ। ਇਹ ਕਾਲ ਤਖਤ ਦਾ ਮਿਸਯੂਜ਼ ਨਾ ਕਰੋ। ਇਹ ਬਾਦਲ ਨੇ ਦੁਬਾਰਾ ਘੋੜੀ ਤੇ ਨਹੀਂ ਚੜਨਾ, ਉਹਦਾ ਦੁਬਾਰਾ ਸੂਰਜ ਨਹੀਂ ਚੜਨਾ। ਇਹ ਕੌਮ ਨੂੰ ਜ਼ਿਆਦਾ ਘੱਟੇ ਕੌਡੀਆਂ ਨਾ ਰਲਾਓ। ਜਿੰਨਾ ਕਿ ਤੁਸੀਂ ਖਾ ਲਿਆ ਸਬਰ ਕਰੋ। ਇੱਕ ਤੁਹਾਡਾ ਉਹ ਪਿਆਦਾ ਸਰਸਾ ਜਿਹੜਾ ਝੂਠ ਤੇ ਝੂਠ ਬੋਲੀ ਜਾ ਰਿਹਾ, ਝੂਠ ਤੇ ਝੂਠ ਬੋਲੀ ਜਾ ਰਿਹਾ। ਅਪ੍ਰੈਲ 'ਚ ਕਹਿੰਦਾ ਜੀ ਮੈਂ 2 ਮਹੀਨਿਆਂ 'ਚ ਇੱਥੇ ਯੂਨੀਵਰਸਿਟੀ ਸਥਾਪਿਤ ਕਰ ਦੂੰਗਾ, ਇਤਿਹਾਸਕ ਫੈਸਲਾ ਹੋਊਗਾ। 2 ਮਹੀਨਿਆਂ 'ਚ ਇੱਕ ਤੇ ਯੂਨੀਵਰਸਿਟੀ ਦੀ ਉਹ ਦਿੱਲੀ 'ਚ ਜਗ੍ਹਾ ਕਿੱਥੋਂ ਲਿਆਊਗਾ? ਇੱਕ ਪੈਸਾ ਕਿੱਥੋਂ ਲਿਆਊਗਾ? ਬੀਬੀ ਜੀ ਤੁਸੀਂ ਉਹਨੂੰ ਕਿਉਂ ਨਹੀਂ ਦੱਸਦੇ ਕਿ ਅਸੀਂ ਜਿਹੜੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੀ ਬਣਾਈ ਸੀ ਅਰਬਾਂ ਰੁਪਈਆ ਲਾ ਕੇ, ਉਹ ਬੰਦ ਪਈ ਆ ਸਾਲ ਤੋਂ। ਸਾਡੇ ਕਾਲਜ ਬੰਦ ਪਏ ਨੇ, ਉਹ ਚੱਲ ਨਹੀਂ ਰਹੇ। ਦਿੱਲੀ ਦੇ ਸਕੂਲ ਬੰਦ ਪਏ ਨੇ, ਸਕੂਲ ਦੇ ਨਾਲ ਕਾਲਜ ਬੰਦ ਪਏ ਨੇ, ਤੇ ਉਹ ਝੂਠ ਬੋਲੀ ਜਾ ਰਿਹਾ ਕਿ ਮੇਰੇ 2 ਸਾਲ ਬੇਮਿਸਾਲ ਤੇ ਹੈ, ਕਿਉਂਕਿ ਮਿਸਾਲ ਉਹਨਾਂ ਦੀ ਮਿਲਦੀ ਨਹੀਂ। ਲੱਖੀ ਸ਼ਾਹ ਵਣਜਾਰਾ ਹਾਲ ਹੋਵੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ ਅੰਤਮ ਸੰਸਕਾਰ ਹੋਇਆ ਹੋਵੇ, ਤਾਂ ਲੱਖੀ ਸ਼ਾਹ ਵਣਜਾਰਾ ਹਾਲ 'ਚ ਨਾਈ ਸਿਰ ਮੁੰਨਣ, ਲੱਖੀ ਸ਼ਾਹ ਵਣਜਾਰਾ ਹਾਲ 'ਚ ਫਿਲਮੀ ਗਾਣੇ ਚੱਲਣ, ਇਹ ਬੇਮਿਸਾਲ ਹੀ ਗੱਲ ਕਹੀ ਜਾ ਸਕਦੀ ਹੈ। ਇੱਕ 84 ਦੇ ਸਿੱਖਾਂ ਦਾ ਖੂਨ ਦਾ ਮੁੱਲ ਲੈਣ ਵਾਲਾ ਜਿਹੜਾ ਸਰਸਾ ਆਇਆ, ਉਸਨੇ 12 ਕਰੋੜ ਰੁਪਈਆ ਲਿਆ ਅਮਿਤਾਭ ਬੱਚਨ ਤੋਂ, ਸਾਰੀ ਕੌਮ ਕੁਰਲਾਈ, ਉਹ ਵਾਪਸ ਕੀਤਾ। ਕਿਉਂ ਲਿਆ ਗਿਆ? ਉਹ ਜਵਾਬ ਦਿਓ। ਤੁਸੀਂ ਗੱਲ ਤੇ ਝੂਠ ਬੋਲਿਆ। ਹੁਣ ਤੁਸੀਂ ਇੱਕ ਦਿੱਲੀ ਕਮੇਟੀ ਵੱਲੋਂ ਸੋਸ਼ਲ ਮੀਡੀਆ ਤੇ ਲੱਖ ਰੁਪਇਆ ਰੋਜ਼ ਖਰਚ ਕਰਕੇ ਝੂਠ ਦਾ ਕੁਫਰ ਤੋਲਦੇ ਹੋ, ਤੇ ਜਿਹੜਾ ਤੁਹਾਡੇ ਕਾਲੇ ਕਾਰਨਾਮੇ ਉਹਨਾਂ ਨੂੰ ਢੱਕ ਦਿਓ। ਤੁਹਾਡੇ ਸਕੂਲਾਂ 'ਚ ਪੇਮੈਂਟ ਨਹੀਂ ਜਾ ਰਹੀ, ਤੁਹਾਡੇ ਸਕੂਲ ਬੰਦ ਪਏ ਨੇ, ਤੁਹਾਡੇ ਕਾਲਜ ਬੰਦ ਪਏ ਨੇ। ਜਾਂ ਤੁਸੀਂ ਇਹ ਦੱਸੋ ਕੋਈ ਈਸਾਈ ਭਾਈਚਾਰੇ ਦਾ ਅਦਾਰਾ ਬੰਦ ਹੋਵੇ, ਕੋਈ ਕਾਲਜ ਬੰਦ ਹੋਵੇ, ਕੋਈ ਹਸਪੀਟਲ ਬੰਦ ਹੋਵੇ, ਜਾਂ ਦੱਸੋ ਆਰੀਆ ਸਮਾਜ ਭਾਈਚਾਰੇ ਦਾ ਕੋਈ ਕਾਲਜ ਬੰਦ ਹੋਵੇ, ਹਸਪੀਟਲ ਬੰਦ ਹੋਵੇ, ਸਕੂਲ ਬੰਦ ਹੋਵੇ। ਫਿਰ ਸਾਡੇ ਕਿਉਂ ਕਾਲੀ ਕੀੜੀ ਪਈ ਹੈ? ਤੁਸੀਂ ਕਿਉਂ ਕੌਮ ਨੂੰ ਗੁੰਮਰਾਹ ਕਰ ਰਹੇ ਹੋ? ਮੈਂ ਤੇ ਹੁਣ ਬਾਰ-ਬਾਰ ਸਿੱਖ ਕੌਮ ਨੂੰ ਹੀ ਇਹ ਅਪੀਲ ਕਰਦਾ ਕਿ ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਡਰ ਤੋਂ, ਉਹਦੇ ਭੈ ਭਾਵਨੀ 'ਚ ਰਹਿ ਕੇ ਇਹਨਾਂ ਨੂੰ ਦਰਕਨਾਰ ਕਰੋ
ਇਹ ਜੇ ਇਹਨਾਂ ਨੇ ਜਿਹੜੀ ਹਨੇਰੀ ਗੁਫਾ ਦੇ ਵਿੱਚ ਸਿੱਖ ਕੌਮ ਨੂੰ ਸੁੱਟ ਦਿੱਤਾ, ਉਹਦੇ ਚੋਂ ਨਿਕਲਣ ਦਾ ਰਸਤਾ ਹੁਣ ਬਣਿਆ। ਇਸ ਨੂੰ ਕੱਢ ਲਓ। ਇਹਦਾ ਰਸਤਾ ਸਭ ਤੋਂ ਪਹਿਲਾਂ ਦਿੱਲੀ ਤੋਂ ਸ਼ੁਰੂ ਹੁੰਦਾ। ਦਿੱਲੀ ਦੇ ਵਿੱਚ 22 ਤਰੀਕ ਨੂੰ ਇਲੈਕਸ਼ਨ ਹੋਣੇ ਨੇ, ਉੱਥੇ ਸਾਡੀ ਸਪੋਰਟ ਕਰੋ। ਉੱਥੇ ਸਾਡੀ ਸਪੋਰਟ ਕਰਕੇ ਹਰ ਤਰੀਕੇ ਨਾਲ ਸਪੋਰਟ ਕਰੋ, ਹਰੇਕ ਸਿੱਖ ਸਪੋਰਟ ਕਰੇ। ਸਾਡੇ ਨਾਲ ਸਹਿਮਤ ਹੋ ਕੇ ਅਸੀਂ ਰਲ ਮਿਲ ਕੇ ਪੰਜਾਬ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਨੂੰ ਬਚਾਉਣ ਵਾਲੇ ਪਾਸੇ ਨੂੰ ਤੋਰੀਏ। ਸਾਡੇ ਕੋਲ ਬੜੇ ਬੜੇ ਵੱਡੇ ਦਾਨਸ਼ਵਰ ਸਿੱਖ, ਡਾਕਟਰ ਇੰਦਰਜੀਤ ਸਿੰਘ ਵਰਗੇ ਚੇਅਰਮੈਨ ਵਰਗੇ ਸਿੱਖ ਅਜੇ ਵੀ ਮੌਜੂਦ ਨੇ। ਅਸੀਂ ਉਹੋ ਜਿਹੇ ਸਿੱਖਾਂ ਨੂੰ ਅਗਵਾਈ ਦੇ ਕੇ ਇਹ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਲੋਟੂ ਟੋਲਾ ਲਿਆ ਕੇ, ਜਿਹੜਾ ਵੀ ਲੁੱਟਣ ਵਾਲਾ ਪ੍ਰਧਾਨ ਬਾਦਲ ਨੂੰ ਪੈਸੇ ਦਿੰਦਾ ਉਹਨੂੰ ਲਿਆ ਕੇ ਪ੍ਰਧਾਨ ਬਣਾ ਦਿਓ। ਫਿਰ ਜ਼ਮੀਨਾਂ ਵੇਚਦਾ, ਤਬਾਦਲੇ ਕਰਾਉਂਦਾ, ਉਹ ਚੋਂ ਕਮਿਸ਼ਨ ਖਾਂਦਾ ਤੇ ਉਹ ਬਾਦਲ ਨੂੰ ਵੀ ਦਿੰਦਾ ਤੇ ਆਪ ਵੀ ਖਾਂਦਾ। ਅਸੀਂ ਲੁੱਟੇ ਜਾ ਰਹੇ ਹਾਂ। ਸਾਡਾ ਸਰਮਾਇਆ ਜਿਹੜੀ ਹੱਥ ਲਖਤ ਗ੍ਰੰਥ ਸੀਗੇ ਉਹ ਕਮੇਟੀ ਦੇ ਚੁੱਕੀ ਆ ਕਿਸੇ ਨੂੰ। ਪ੍ਰਬੰਧਕ ਕਮੇਟੀ ਨੂੰ ਹਾਈ ਕੋਰਟ ਪੁੱਛ ਰਿਹਾ, ਜਵਾਬ ਨਹੀਂ ਦੇ ਰਿਹਾ। ਬੀਬੀ ਝੂਠ ਬੋਲਦੀ ਆ ਅਕਾਲ ਤਖਤ ਸਾਹਿਬ ਤੇ। ਚੰਗੀ ਗੱਲ ਇਹ ਆ ਕਿ ਸਾਧ ਸੰਗਤ ਜੀ, ਮੈਂ ਤੁਹਾਡੀ ਕਚਹਿਰੀ 'ਚ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਬੀਬੀ ਦੇ ਵਿੱਚ ਜਾਂ ਇਹਦੇ ਬਾਦਲ ਦੇ ਗ੍ਰੰਥੀ ਵਿੱਚ ਜਾਂ ਬਾਦਲ ਵਿੱਚ ਕੋਈ ਦਮ ਆ ਜਾਂ ਸੱਚ ਆ, ਤੇ ਘੰਟਾ ਘਰ ਦੇ ਸਾਹਮਣੇ ਓਪਨਲੀ ਪ੍ਰੈਸ ਕਾਨਫਰੰਸ ਕਰਨ। ਅਸੀਂ ਉੱਥੇ ਹਾਜ਼ਰ ਹੋਵਾਂਗੇ। ਉੱਥੇ ਸਾਡੀਆਂ ਗੱਲਾਂ ਦਾ ਜਵਾਬ ਦਿਓ ਤੇ ਤੁਸੀਂ ਉਹਦਾ ਨਿਰਣਾ ਕਰੋ। ਇਹਨਾਂ ਨਹੀਂ ਦੇਣਾ ਜਵਾਬ, ਇਹਨਾਂ ਨਹੀਂ ਸਾਹਮਣੇ ਆਉਣਾ, ਤੁਸੀਂ ਇਹ ਨਿਰਣਾ ਕਰ ਲਓ ਕਿ ਇਹਨਾਂ ਨੂੰ ਅਸੀਂ ਗੁਰੂ ਘਰ ਚੋਂ ਕੱਢਣਾ। ਤੇ ਉਹ ਕੱਢਣ ਲਈ 22 ਤਰੀਕ ਨੂੰ ਇਲੈਕਸ਼ਨ ਹੋ ਰਹੇ ਨੇ, VOTING ਹੋ ਰਹੀ ਦਿੱਲੀ 'ਚ। ਉੱਥੋਂ ਇੱਕ ਗੇਟ ਖੁੱਲ੍ਹਦਾ। ਉਹ ਜਦੋਂ ਗੇਟ ਖੁੱਲ੍ਹ ਗਿਆ, ਤੁਸੀਂ ਸਾਡੇ ਹੱਕ 'ਚ ਖਲੋ ਗਏ, ਫਿਰ ਅਸੀਂ ਦਿੱਲੀ ਤੋਂ ਪੰਜਾਬ ਤੱਕ ਦਾ ਸਫ਼ਰ ਆਸਾਨੀ ਨਾਲ ਤੈਅ ਕਰਾਂਗੇ। ਇਹ ਮੈਂ ਇਹੀ ਬੇਨਤੀ ਕਰਦਾ ਹੋਇਆ ਤੁਹਾਡੇ ਤੋਂ ਖਿਮਾ ਚਾਹੁੰਦਾ। ਆਪਣੀ ਕੌਮ ਲਈ, ਆਪਣੇ ਧਰਮ ਲਈ, ਆਪਣੇ ਗੁਰੂ ਲਈ ਕਮਿਟਮੈਂਟ ਰੱਖੋ, ਵਫਾ ਰੱਖੋ ਤੇ ਉਹਦੀ ਕਮਿਟਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਓ। ਇਹ ਜਿਹੜੇ ਝੂਠ ਬੋਲਦੇ ਨੇ ਅਕਾਲ ਤਖਤ ਤੇ, ਇਹ ਨਿਭਣ ਵਾਲੇ ਨਹੀਂ। ਕਦੀ ਸ਼ਾਹ ਹੁਸੈਨ ਨੇ ਕਿਹਾ ਕਿ ਕਾਲੇ ਪੱਟ ਨਾ ਚੜੇ ਸਫੇਦੀ, ਕਾਖ ਨਾ ਥੀਂਦੇ ਬੱਗੇ। ਕਾਲੇ ਰੇਸ਼ਮ ਨੂੰ ਕਦੀ ਚਿੱਟਾ ਰੰਗ ਨਹੀਂ ਚੜਦਾ, ਕਾਲਾ ਕਾਂ ਕਦੀ ਚਿੱਟਾ ਨਹੀਂ ਹੋਇਆ। ਕਾਲੇ ਪੱਟ ਨਾ ਚੜੇ ਸਫੇਦੀ, ਕਾਗ ਨਾ ਥੀਂਦੇ ਬੱਗੇ। ਸ਼ਾਹ ਹੁਸੈਨ ਸ਼ਹਾਦਤ ਪਾਏ ਨੇ ਜਿਹੜੇ ਮਰਨ ਮਿੱਤਰਾਂ ਦੇ ਅੱਗੇ। ਜਿਸ ਪਿਆਰੇ ਸਿਉ ਨੇਹ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਵਿੱਚ ਵਸਦੀਆਂ ਸਮੂਹ ਗੁਰੂ ਸਰੂਪ ਸੰਗਤਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀ, ਉਹ ਤੁਹਾਨੂੰ ਕੁਝ ਦਿਨਾਂ ਤੋਂ ਦੋ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਜਿਹੜੀਆਂ ਇੱਕ ਤਾਂ ਸਰਸਾ ਨੂੰ ਕੋਰਟ ਨੇ ਇਹ ਕਲੀਅਰ ਕੀਤਾ ਕਿ ਤੂੰ ਬਾਹਰ ਨਹੀਂ ਜਾ ਸਕਦਾ, ਤੂੰ ਕਰਪਟ ਆ, ਤੂੰ ਕਰਪਸ਼ਨ ਕੀਤੀ ਆ। ਤੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਇਹਦਾ ਪਾਸਪੋਰਟ ਲੈ ਲਿਆ ਜਾਵੇ, ਇਹਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ। ਕਰੋੜਾਂ ਰੁਪਈਆਂ ਦੀ ਕਰਪਸ਼ਨ ਹੈ। ਉਹਦੇ ਬਾਵਜੂਦ ਸਰਸਾ ਝੂਠ ਬੋਲੀ ਜਾ ਰਿਹਾ ਤੇ ਸੀਟ ਤੇ ਟਿਕਿਆ ਹੋਇਆ। ਇੱਕ ਹਰਪ੍ਰੀਤ ਸਿੰਘ ਨੇ ਜਥੇਦਾਰ ਦੇ ਤੌਰ ਤੇ ਮੀਟਿੰਗ ਬੁਲਾਈ ਅਕਾਲ ਤਖਤ ਸਾਹਿਬ ਤੇ ਉਹਦੇ ਵਿੱਚ ਕੁਝ ਜਿਹੜੇ ਵੀ ਲੋਕ ਆਏ, ਬਾਦਲ ਦੇ ਪੰਥਕ ਲੋਕ, ਉਹਨਾਂ ਦੇ ਵਿੱਚ ਇੱਕ ਪੁਲਿਸ ਅਫਸਰ ਆਇਆ ਖਟੜਾ। ਉਹਨੇ ਇੱਕ ਭਾਸ਼ਣ ਕੀਤਾ 1 ਘੰਟੇ ਦਾ। ਉਹਨੂੰ ਸੁਣ ਕੇ ਬੀਬੀ ਜਗੀਰ ਕੌਰ ਨੇ ਆਪਣਾ ਭਾਸ਼ਣ ਕੀਤਾ। ਤੇ ਇਹ ਤਿੰਨ ਚੀਜ਼ਾਂ ਜਿਹੜੀਆਂ, ਤਿੰਨ ਗੱਲਾਂ ਹਰਪ੍ਰੀਤ ਸਿੰਘ ਵੱਲੋਂ, ਪੁਲਿਸ ਅਫਸਰ ਵੱਲੋਂ, ਬੀਬੀ ਜਗੀਰ ਕੌਰ ਵੱਲੋਂ ਜਿਹੜੀਆਂ ਕਹੀਆਂ, ਉਹ ਹਜਮ ਨਹੀਂ ਹੋ ਰਹੀਆਂ। ਉਹ ਬਿਲਕੁਲ ਝੂਠ ਦੀ ਕੰਧ ਨੂੰ ਪਾਰ ਕਰਕੇ ਇਹ ਫਿਰ ਬਿਆਨ ਕੀਤੀਆਂ ਗਈਆਂ। ਇੱਕ ਤਾਂ ਜਿਹੜਾ ਪੁਲਿਸ ਅਫਸਰ ਨੇ ਜੋ ਕੁਛ ਵੀ ਭਾਸ਼ਣ ਦਿੱਤਾ ਉਹ ਬੀਬੀ ਨੇ ਸੁਣਿਆ। ਪੁਲਿਸ ਅਫਸਰ ਨੇ ਬਿਆਨ ਦਿੱਤਾ ਕਿ ਇਹ ਜਿਹੜਾ ਦੋਸ਼ੀ ਸੀ ਬਰਗਾੜੀ ਕਾਂਡ ਦਾ, ਉਹ ਸਿੱਖ ਬੱਚੇ ਸੀ ਤੇ ਪ੍ਰਚਾਰਕ ਸੀ, ਕਿਉਂਕਿ ਉਹਨਾਂ ਨੇ ਧਰਨੇ ਲਾਏ। ਤੋ ਪੁਲਿਸ ਅਫਸਰ ਨੇ ਇਹ ਨਹੀਂ ਦੱਸਿਆ ਕਿ ਉਹਨੇ 5 ਸਾਲਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹ 'ਚ ਫਿਰ ਫੜਿਆ ਕਿਉਂ ਨਹੀਂ, ਤੁਸੀਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਕਿਉਂ ਨਹੀਂ ਫੜਿਆ। ਪੁਲਿਸ ਅਫਸਰ ਇਹ ਨਹੀਂ ਦੱਸਦਾ ਕਿ ਧਰਨੇ ਤੇ ਬੈਠਣ ਵਾਲਿਆਂ ਨੂੰ ਗੋਲੀ ਕਿੰਨੇ ਮਾਰੀ, ਗੋਲੀਆਂ ਨਾਲ ਵਿੰਨਣ ਵਾਲੇ ਨੂੰ ਸਨਮਾਨਿਤ ਕਿਉਂ ਕੀਤਾ ਗਿਆ ਪ੍ਰਬੰਧਕ ਕਮੇਟੀ 'ਚ, ਇਹ ਪੁਲਿਸ ਅਫਸਰ ਨਹੀਂ ਦੱਸਦਾ ਤੇ ਨਾ ਹੀ ਬੀਬੀ ਦੱਸਦੀ। ਬੀਬੀ ਤੇ ਇੱਥੋਂ ਤੱਕ ਕਹਿੰਦੀ ਆ ਕਿ ਇੱਕ ਮਾਂਝੀ ਸਾਂਝੀ ਵਰਗੇ ਪ੍ਰਚਾਰਕਾਂ ਨੇ ਧਰਨੇ ਲਾਏ ਤੇ ਉਹਨਾਂ ਨੇ ਇਹ ਦੋਸ਼ੀ ਨੇ।
ਧਰਨਾ ਲਾਉਣ ਵਾਲੇ ਦੋਸ਼ੀ ਨੇ, ਧਰਨੇ ਲਾਉਣ ਵਾਲਿਆਂ ਤੇ ਗੋਲੀ ਚਲਾ ਕੇ ਵਿਨਣ ਵਾਲੇ ਦੋਸ਼ੀ ਨਹੀਂ। ਵਿਨਣ ਵਾਲੇ ਪੁਲਿਸ ਅਫਸਰਾਂ ਨੂੰ ਹੁਕਮ ਦੇਣ ਵਾਲਾ ਬਾਦਲ ਦੋਸ਼ੀ ਨਹੀਂ। ਬੀਬੀ ਜੀ ਤੁਸੀਂ ਕਿਹਨੂੰ ਬੇਵਕੂਫ ਬਣਾ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਰਾਮ ਰਹੀਮ ਦਾ ਕੇਸ ਵਾਪਸ ਲਿਆ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਲਿਬਾਸ ਪਾ ਕੇ ਉਹਨੇ ਕੁਕਰਮ ਕੀਤਾ ਸੀ, ਉਹ ਦੋਸ਼ੀ ਨਹੀਂ। ਤੁਸੀਂ ਬੀਬੀ ਜੀ ਸੰਗਤ ਦੀਆਂ ਅੱਖਾਂ 'ਚ ਘਾਟਾ ਨਹੀਂ ਪਾ ਸਕਦੇ। ਤੁਸੀਂ ਨਵੇਂ ਸਿਰਿਓਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਬਣਾ ਕੇ ਪੰਥ ਦਾ ਗਲ ਨਹੀਂ ਘੁੱਟ ਸਕਦੇ, ਨਾ ਹੀ ਤੁਹਾਡਾ ਜਥੇਦਾਰ। ਇਹ ਜਥੇਦਾਰ ਹਰਪ੍ਰੀਤ ਸਿੰਘ ਦੱਸੂਗਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਵਿੱਚ ਕਮਿਸ਼ਨ ਬਣਾਇਆ, ਸਿੱਟ ਬਣਾਈ, ਕਿਸੇ ਨੂੰ ਮੰਨਿਆ? ਕਿਸੇ ਸਿੱਟ ਨੂੰ, ਕਿਸੇ ਕਮਿਸ਼ਨ ਨੂੰ ਮਾਨਤਾ ਦਿੱਤੀ? ਪ੍ਰਬੰਧਕ ਕਮੇਟੀ ਬਾਦਲ ਤੇ ਅਕਾਲ ਤਖਤ ਇਕੱਠੇ ਚੱਲਦੇ ਰਹੇ। ਬਾਦਲ ਦੇ ਕਹਿ ਤੇ ਅਕਾਲ ਤਖਤ ਤੇ 5 ਗ੍ਰੰਥੀਆਂ ਨੇ ਉਹਦੀ ਕੋਠੀ ਆ ਕੇ ਰਾਮ ਰਹੀਮ ਨੂੰ ਮਾਫੀ ਦਿੱਤੀ। ਉਸ ਮਾਫੀ ਨੂੰ ਜਸਟੀਫਾਈ ਕਰਨ ਲਈ 96 ਲੱਖ ਦੇ ਇਸ਼ਤਿਹਾਰ ਕਮੇਟੀ ਨੇ ਦਿੱਤੇ। ਬੀਬੀ ਜੀ 96 ਲੱਖ ਰੁਪਈਆ, 10 ਲੱਖ ਸਿੱਖ ਜਦੋਂ ਮੱਥਾ ਟੇਕਦੇ ਤਾਂ ਪੂਰਾ ਹੁੰਦਾ। ਤੁਸੀਂ ਪਾਣੀ ਦੀ ਤਰ੍ਹਾਂ ਬਹਾਇਆ। ਇਹ 10 ਲੱਖ ਸਿੱਖਾਂ ਦੀ ਨੇਕ ਨੀਅਤ ਦੀ ਕਮਾਈ ਤੁਸੀਂ ਰਾਮ ਰਹੀਮ ਨੂੰ ਜਸਟੀਫਾਈ ਕਰਨ ਲਈ ਦਿੱਤੀ ਹੈ। ਅੱਜ ਤੁਸੀਂ ਕੀ ਅਕਾਲ ਤਖਤ ਤੇ ਨਵਾਂ ਪ੍ਰਪੰਚ ਰਚ ਰਹੇ ਹੋ? ਇਹ ਦੱਸ ਰਹੇ ਕਿ ਇਹ ਪ੍ਰਕਾਸ਼ ਸਿੰਘ ਬਾਦਲ ਜਿਹੜਾ, ਇਹਦੇ ਖਿਲਾਫ ਅੱਜ ਗੱਲ ਕਿਉਂ ਹੋ ਰਹੀ ਹੈ? 15 ਦੀ ਗੱਲ ਕਿਉਂ ਹੋ ਰਹੀ? 84 ਦੀ ਕਿਉਂ ਨਹੀਂ ਹੋ ਰਹੀ? 84 ਦੀ ਗੱਲ ਕਿਹਨੇ ਕਰਨੀ ਸੀ? ਸਰਕਾਰਾਂ ਤੁਹਾਡੇ ਕੋਲ ਰਹੀਆਂ, ਕਮੇਟੀ ਤੁਹਾਡੇ ਕੋਲ, ਅਕਾਲ ਤਖਤ ਤੁਹਾਡੇ ਕੋਲ। 84 ਤੁਹਾਡੇ ਹੱਡਾਂ ਚੋਂ ਨਿਕਲੀ, ਤੁਹਾਡੀਆਂ ਅੱਖਾਂ ਸਾਹਮਣੇ ਬੀਤੀ, ਤਾਂ 84 ਦਾ ਜਸਟਿਸ ਲੈਣਾ ਕਿਹਨੇ ਸੀ? ਇਹ ਤੁਸੀਂ ਜਿਹੜਾ ਕਹਿ ਰਹੇ ਹੋ ਨਾ ਕਿ ਪ੍ਰਚਾਰਕ ਦੋਸ਼ੀ ਸੀ, ਸਿੱਖ ਦੋਸ਼ੀ ਸੀ, ਇਸ ਤਰ੍ਹਾਂ ਕਦੀ ਮਲੂਕੇ ਨੇ ਵੀ ਕਿਹਾ ਸੀਗਾ ਸਟੇਜ ਤੇ, ਤਾਂ ਉਹਨੂੰ ਇੱਕ ਸਿੱਖ ਨੇ ਥੱਪੜ ਮਾਰਿਆ ਸੀ ਉਹਦੇ ਮੂੰਹ ਤੇ, ਉਦੋਂ ਉਹ ਤੁਹਾਨੂੰ ਯਾਦ ਹੋਊਗਾ। ਸੰਗਤ ਦੇ ਵਿੱਚ ਨਾ ਕਹਿ ਬੈਠੇ ਹੋ ਕਿਤੇ। ਇਹ ਜਿਹੜਾ ਵੀ ਤੁਸੀਂ ਭਾਸ਼ਣ ਸੁਣ ਕੇ ਅੱਗੇ ਜਿਹੜੀ ਗੱਲ ਕੀਤੀ ਆ, ਉਹਦੇ ਵਿੱਚ ਇੱਕ ਹੋਰ ਬੜਾ ਵੱਡਾ ਝੂਠ ਬੋਲਿਆ। ਇੱਕ ਤੇ ਝੂਠਾ ਤੁਹਾਡਾ ਹਰਪ੍ਰੀਤ ਸਿੰਘ ਜਿਹੜਾ ਜਥੇਦਾਰ ਬਣਾਇਆ ਤੁਸੀਂ, ਉਹਨੇ ਆਪਣੇ ਯਾਰ ਨੂੰ ਜੱਜ ਬਣਾ ਕੇ ਪੇਸ਼ ਕੀਤਾ, ਵਕੀਲ ਕਹਿ ਕੇ ਲਿਆਂਦਾ, ਤੇ ਹੈਗਾ ਮੁਜਰਮ ਜਿਹਨੂੰ 5 ਸਾਲ ਦੀ ਸਜ਼ਾ ਹੋਈ ਹੈ ਕਰਨਾਟਕਾ 'ਚ। ਉਹ ਮੁਜਰਮ ਜਿਹੜਾ, ਉਹਨੂੰ ਕਰਨਾਟਕਾ ਦਾ ਉਹਨੂੰ ਤੇਲੰਗਾਨਾ ਦਾ ਐਡਵੋਕੇਟ ਕਹਿ ਕੇ ਲਿਆਂਦਾ, ਤੇ ਉਹਨੂੰ ਇੱਕ ਇਨਕੁਆਇਰੀ ਦਿੱਤੀ, ਤੇ ਜੱਜ ਆਇਆ ਨਹੀਂ, ਤੇ ਜੱਜ ਇਹਨੂੰ ਬਣਾਤਾ, ਤੇ ਉਸਨੇ ਜੋ ਕੁਫਰ ਤੋਲਿਆ ਉਹ ਤੁਹਾਡੇ ਸਾਹਮਣੇ ਹੈ। ਬੀਬੀ ਜੀ 327 ਸਰੂਪ ਕਿੱਥੇ ਗਏ? ਇਹ ਤੁਹਾਡਾ ਮਿਸਟਰ ਆਲੀ ਦੱਸ ਸਕਦਾ ਹੈ, ਡਾਕਟਰ ਰੂਪ ਸਿੰਘ ਦੱਸ ਸਕਦਾ ਹੈ, ਗੁਰਬਚਨ ਸਿੰਘ ਦੱਸ ਸਕਦਾ। ਇੱਕ ਹੋਰ ਜਿਹਦਾ ਮੈਨੂੰ ਨਾਂ ਨਹੀਂ ਆਉਂਦਾ। 4 ਤੁਹਾਡੇ ਸਕੱਤਰਾਂ ਦੇ ਸਾਈਨਾਂ ਨਾਲ ਸਲਿੱਪਾਂ ਬਣੀਆਂ, ਉਹ ਕਮਲਜੀਤ ਸਿੰਘ ਕੋਲ ਗਈਆਂ, ਉਹਨੇ ਉਹ ਸਰੂਪ ਚੁਕਾਏ। ਇਹ ਤੁਸੀਂ ਦੱਸ ਸਕਦੇ ਹੋ ਕਿਹੜੀ ਆਈਡੀ ਦੇ ਕੋਲ ਗਏ? ਅੱਜ ਤੁਸੀਂ ਇਹ ਕਹਿ ਦਿੱਤਾ ਹਰਪ੍ਰੀਤ ਸਿੰਘ ਨੇ ਕਿ ਉਹਨਾਂ ਦੇ ਪੈਸੇ ਨਹੀਂ ਆਏ, ਪੇਮੈਂਟ ਨਹੀਂ ਆਈ, ਹੋਰ ਕੋਈ ਲਫੜਾ ਨਹੀਂ। ਜੇ ਪੇਮੈਂਟ ਨਹੀਂ ਆਈ, ਖਸਮਾਂ ਨੂੰ ਖਾਏ, ਤੁਸੀਂ ਪੇਮੈਂਟ ਖਾ ਗਏ ਜਾਂ ਕੋਈ ਹੋਰ ਖਾ ਗਿਆ, ਪਰ ਆਈਡੀ ਦੱਸੋ ਕਿੱਥੇ ਗਏ? ਬਿਨਾਂ ਆਈਡੀ ਤੋਂ ਤੁਸੀਂ ਕਿੱਥੇ ਭੇਜ ਦਿੱਤੇ? ਤੁਸੀਂ ਝੂਠ ਕਿਉਂ ਬੋਲਦੇ ਹੋ? ਤੁਸੀਂ ਇੱਕ ਹੋਰ ਝੂਠ ਬੋਲਿਆ ਕਿ 84 ਦੇ ਵਿੱਚ ਇੱਥੋਂ ਏਜੰਸੀਆਂ 2,500 ਸਰੂਪ ਲੈ ਗਈਆਂ। ਤੁਸੀਂ ਇੱਥੇ ਬੜਾ ਤਕੜਾ ਝੂਠ ਬੋਲ ਰਹੇ। 8 ਸਾਲ ਤੋਂ ਤੁਸੀਂ ਜਵਾਬ ਨਹੀਂ ਦੇ ਰਹੇ ਹਾਈ ਕੋਰਟ 'ਚ। ਹਾਈ ਕੋਰਟ ਤੁਹਾਨੂੰ ਨੋਟਿਸ ਦੇ ਕੇ ਪੁੱਛ ਰਿਹਾ ਕਿ ਇਹ ਖਜ਼ਾਨਾ ਕਿੱਥੇ ਗਿਆ, ਜਿਹੜਾ 84 ਦੇ ਵਿੱਚ ਫੌਜ ਲੈ ਗਈ ਜਾਂ CBI ਲੈ ਗਈ, ਉਹ ਕਿੱਥੇ ਗਿਆ? ਉਹ ਖਜ਼ਾਨਾ 90 ਤੋਂ ਪਹਿਲਾਂ 3 ਕਿਸ਼ਤਾਂ 'ਚ ਤੁਹਾਨੂੰ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਨੂੰ ਦਿੱਤਾ ਉਹਨਾਂ ਦੇ ਰਸੀਵ ਦੇ ਸਾਈਨ ਨੇ, ਉਹ CBI ਦੇ ਕੋਲ ਨੇ, ਉਹ ਕੋਰਟ ਦੇ ਕੋਲ ਨੇ, ਤੇ ਕੋਰਟ ਨੇ ਤੁਹਾਨੂੰ ਦਿਖਾਏ ਨੇ ਵੀ ਆਹ ਦੇਖੋ ਤੁਹਾਨੂੰ ਸੌਂਪੇ ਗਏ, ਦੱਸੋ ਕਿੱਥੇ ਗਿਆ? ਤੁਸੀਂ ਜਵਾਬ ਨਹੀਂ ਦੇ ਰਹੇ। ਨਾ ਦਿੱਤਾ ਮੱਕੜ ਨੇ, ਨਾ ਦਿੱਤਾ ਗੋਬਿੰਦ ਲੌਂਗੋਵਾਲ ਨੇ, ਨਾ ਦੇ ਰਹੇ ਹੋ ਤੁਸੀਂ, ਤੇ ਝੂਠ ਬੋਲ ਰਹੇ ਹੋ ਕਿ ਸਾਨੂੰ ਉਹ ਖਜ਼ਾਨਾ ਨਹੀਂ ਮਿਲ ਰਿਹਾ। ਉਹਦੀ ਗੱਲ ਕੌਣ ਨਹੀਂ ਕਰ ਰਿਹਾ? ਤੁਹਾਡੇ ਤੋਂ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਦੇ ਹੁੰਦਿਆਂ ਮੈਂ 3 ਘੰਟਾ ਘਰ ਦੇ ਅੱਗੇ ਧਰਨਾ ਦੇ ਕੇ ਆਇਆ ਕਿ ਸਾਨੂੰ ਦੱਸੋ ਸਰੂਪ ਕਿੱਥੇ ਗਏ। ਤੁਸੀਂ ਦੱਸਣ ਜੋਗੇ ਹੈ ਨਹੀਂ, ਕਿਉਂਕਿ ਤੁਸੀਂ ਕੌਮ ਦੇ ਦੁਸ਼ਮਣਾਂ ਨੂੰ ਉਹ ਬੇਸ਼ਕੀਮਤ ਸਰਮਾਇਆ ਸੌਂਪ ਚੁੱਕੇ ਹੋ ਬਾਦਲ ਦੇ ਹੁਕਮ ਨਾਲ।
ਬਾਦਲ ਦਾ ਤੁਸੀਂ ਨਾਂ ਨਹੀਂ ਲੈਣਾ ਚਾਹੁੰਦੇ। ਇਹ ਸਰਮਾਇਆ ਵਾਪਸ ਆਉਣਾ ਚਾਹੀਦਾ। ਬੀਬੀ ਜੀ ਤੁਸੀਂ ਜਵਾਬ ਦਿਓ, ਤੁਸੀਂ ਕੁਝ ਸੋਚ ਸਮਝ ਕੇ ਬੋਲੋ। ਇਹ ਅਕਾਲ ਤਖਤ ਦਾ ਮਿਸਯੂਜ਼ ਨਾ ਕਰੋ। ਇਹ ਬਾਦਲ ਨੇ ਦੁਬਾਰਾ ਘੋੜੀ ਤੇ ਨਹੀਂ ਚੜ੍ਹਨਾ, ਉਹਦਾ ਦੁਬਾਰਾ ਸੂਰਜ ਨਹੀਂ ਚੜ੍ਹਨਾ। ਇਹ ਕੌਮ ਨੂੰ ਜ਼ਿਆਦਾ ਘੱਟੇ ਕੌਡੀਆਂ ਨਾ ਰਲਾਓ। ਜਿੰਨਾ ਕੁ ਤੁਸੀਂ ਖਾ ਲਿਆ ਸਬਰ ਕਰੋ। ਇੱਕ ਤੁਹਾਡਾ ਉਹ ਪਿਆਦਾ ਸਰਸਾ ਜਿਹੜਾ ਝੂਠ ਤੇ ਝੂਠ ਬੋਲੀ ਜਾ ਰਿਹਾ, ਝੂਠ ਤੇ ਝੂਠ ਬੋਲੀ ਜਾ ਰਿਹਾ। ਅਪ੍ਰੈਲ 'ਚ ਕਹਿੰਦਾ ਜੀ ਮੈਂ 2 ਮਹੀਨਿਆਂ 'ਚ ਇੱਥੇ ਯੂਨੀਵਰਸਿਟੀ ਸਥਾਪਿਤ ਕਰ ਦੂੰਗਾ, ਇਤਿਹਾਸਕ ਫੈਸਲਾ ਹੋਊਗਾ। 2 ਮਹੀਨਿਆਂ 'ਚ ਇੱਕ ਤੇ ਯੂਨੀਵਰਸਿਟੀ ਦੀ ਉਹ ਦਿੱਲੀ 'ਚ ਜਗ੍ਹਾ ਕਿੱਥੋਂ ਲਿਆਊਗਾ, ਇੱਕ ਪੈਸਾ ਕਿੱਥੋਂ ਲਿਆਊਗਾ। ਬੀਬੀ ਜੀ ਤੁਸੀਂ ਉਹਨੂੰ ਕਿਉਂ ਨਹੀਂ ਦੱਸਦੇ ਕਿ ਅਸੀਂ ਜਿਹੜੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੀ ਬਣਾਈ ਸੀ ਅਰਬਾਂ ਰੁਪਈਆ ਲਾ ਕੇ, ਉਹ ਬੰਦ ਪਈ ਆ ਸਾਲ ਤੋਂ। ਸਾਡੇ ਕਾਲਜ ਬੰਦ ਪਏ ਨੇ, ਉਹ ਚੱਲ ਨਹੀਂ ਰਹੇ। ਦਿੱਲੀ ਦੇ ਸਕੂਲ ਬੰਦ ਪਏ ਨੇ, ਸਕੂਲ ਦੇ ਨਾਲ ਕਾਲਜ ਬੰਦ ਪਏ ਨੇ। ਤੇ ਉਹ ਝੂਠ ਬੋਲੀ ਜਾ ਰਿਹਾ ਕਿ ਮੇਰੇ 2 ਸਾਲ ਬੇਮਿਸਾਲ ਤੇ ਹੈ, ਕਿਉਂਕਿ ਮਿਸਾਲ ਉਹਨਾਂ ਦੀ ਮਿਲਦੀ ਨਹੀਂ। ਲੱਖੀ ਸ਼ਾਹ ਵਣਜਾਰਾ ਹਾਲ ਹੋਵੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ ਅੰਤਮ ਸੰਸਕਾਰ ਹੋਇਆ ਹੋਵੇ, ਤਾਂ ਲੱਖੀ ਸ਼ਾਹ ਵਣਜਾਰਾ ਹਾਲ 'ਚ ਨਾਈ ਸਿਰ ਮੁੰਨਣ, ਲੱਖੀ ਸ਼ਾਹ ਵਣਜਾਰਾ ਹਾਲ 'ਚ ਫਿਲਮੀ ਗਾਣੇ ਚੱਲਣ। ਇਹ ਬੇਮਿਸਾਲ ਹੀ ਗੱਲ ਕਹੀ ਜਾ ਸਕਦੀ ਹੈ। ਇੱਕ 84 ਦੇ ਸਿੱਖਾਂ ਦਾ ਖੂਨ ਦਾ ਮੁੱਲ ਲੈਣ ਵਾਲਾ ਜਿਹੜਾ ਸਰਸਾ ਆਇਆ, ਉਸਨੇ 12 ਕਰੋੜ ਰੁਪਈਆ ਲਿਆ ਅਮਿਤਾਭ ਬੱਚਨ ਤੋਂ, ਸਾਰੀ ਕੌਮ ਕੁਰਲਾਈ। ਉਹ ਵਾਪਸ ਕੀਤਾ, ਕਿਉਂ ਲਿਆ ਗਿਆ? ਉਹ ਜਵਾਬ ਦਿਓ। ਤੁਸੀਂ ਗੱਲ ਤੇ ਝੂਠ ਬੋਲਿਆ। ਹੁਣ ਤੁਸੀਂ ਇੱਕ ਦਿੱਲੀ ਕਮੇਟੀ ਵੱਲੋਂ ਸੋਸ਼ਲ ਮੀਡੀਆ ਤੇ ਲੱਖ ਰੁਪਇਆ ਰੋਜ਼ ਖਰਚ ਕਰਕੇ ਝੂਠ ਦਾ ਕੁਫਰ ਤੋਲਦੇ ਹੋ, ਤੇ ਜਿਹੜਾ ਤੁਹਾਡੇ ਕਾਲੇ ਕਾਰਨਾਮੇ ਉਹਨਾਂ ਨੂੰ ਢੱਕ ਦਿਓ। ਤੁਹਾਡੇ ਸਕੂਲਾਂ 'ਚ ਪੇਮੈਂਟ ਨਹੀਂ ਜਾ ਰਹੀ, ਤੁਹਾਡੇ ਸਕੂਲ ਬੰਦ ਪਏ ਨੇ, ਤੁਹਾਡੇ ਕਾਲਜ ਬੰਦ ਪਏ ਨੇ। ਜਾਂ ਤੁਸੀਂ ਇਹ ਦੱਸੋ ਕੋਈ ਈਸਾਈ ਭਾਈਚਾਰੇ ਦਾ ਅਦਾਰਾ ਬੰਦ ਹੋਵੇ, ਕੋਈ ਕਾਲਜ ਬੰਦ ਹੋਵੇ, ਕੋਈ ਹਸਪੀਟਲ ਬੰਦ ਹੋਵੇ। ਜਾਂ ਦੱਸੋ ਆਰੀਆ ਸਮਾਜ ਭਾਈਚਾਰੇ ਦਾ ਕੋਈ ਕਾਲਜ ਬੰਦ ਹੋਵੇ, ਹਸਪੀਟਲ ਬੰਦ ਹੋਵੇ, ਸਕੂਲ ਬੰਦ ਹੋਵੇ। ਫਿਰ ਸਾਡੇ ਕਿਉਂ ਕਾਲੀ ਕੀੜੀ ਪਈ ਆ? ਤੁਸੀਂ ਕਿਉਂ ਕੌਮ ਨੂੰ ਗੁੰਮਰਾਹ ਕਰ ਰਹੇ ਹੋ? ਮੈਂ ਤੇ ਹੁਣ ਬਾਰ-ਬਾਰ ਸਿੱਖ ਕੌਮ ਨੂੰ ਹੀ ਇਹ ਅਪੀਲ ਕਰਦਾ ਕਿ ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਡਰ ਤੋਂ, ਉਹਦੇ ਭੈ ਭਾਵਨੀ 'ਚ ਰਹਿ ਕੇ ਇਹਨਾਂ ਨੂੰ ਦਰਕਨਾਰ ਕਰੋ। ਇਹਨਾਂ ਨੇ ਜਿਹੜੀ ਹਨੇਰੀ ਗੁਫਾ ਦੇ ਵਿੱਚ ਸਿੱਖ ਕੌਮ ਨੂੰ ਸੁੱਟ ਦਿੱਤਾ, ਉਹਦੇ 'ਚੋਂ ਨਿਕਲਣ ਦਾ ਰਸਤਾ ਹੁਣ ਬਣਿਆ। ਇਸ ਨੂੰ ਕੱਢ ਲਓ। ਇਹਦਾ ਰਸਤਾ ਸਭ ਤੋਂ ਪਹਿਲਾਂ ਦਿੱਲੀ 'ਚੋਂ ਸ਼ੁਰੂ ਹੁੰਦਾ। ਦਿੱਲੀ ਦੇ ਵਿੱਚ 22 ਤਰੀਕ ਨੂੰ ਇਲੈਕਸ਼ਨ ਹੋਣੇ ਨੇ। ਉੱਥੇ ਸਾਡੀ ਸਪੋਰਟ ਕਰੋ। ਉੱਥੇ ਸਾਡੀ ਸਪੋਰਟ ਕਰਕੇ ਹਰ ਤਰੀਕੇ ਨਾਲ ਸਪੋਰਟ ਕਰੋ। ਹਰੇਕ ਸਿੱਖ ਸਪੋਰਟ ਕਰੇ। ਸਾਡੇ ਨਾਲ ਸਹਿਮਤ ਹੋ ਕੇ ਅਸੀਂ ਰਲ ਮਿਲ ਕੇ ਪੰਜਾਬ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਨੂੰ ਬਚਾਉਣ ਵਾਲੇ ਪਾਸੇ ਨੂੰ ਤੋਰੀਏ। ਸਾਡੇ ਕੋਲ ਬੜੇ ਵੱਡੇ ਦਾਨਸ਼ਵਰ ਸਿੱਖ, ਡਾਕਟਰ ਇੰਦਰਜੀਤ ਸਿੰਘ ਵਰਗੇ ਚੇਅਰਮੈਨ ਵਰਗੇ ਸਿੱਖ ਅਜੇ ਵੀ ਮੌਜੂਦ ਨੇ। ਅਸੀਂ ਉਹੋ ਜਿਹੇ ਸਿੱਖਾਂ ਨੂੰ ਅਗਵਾਈ ਦੇ ਕੇ ਇਹ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਲੋਟੂ ਟੋਲਾ ਲਿਆ ਕੇ, ਜਿਹੜਾ ਵੀ ਲੁੱਟਣ ਵਾਲਾ ਪ੍ਰਧਾਨ ਬਾਦਲ ਨੂੰ ਪੈਸੇ ਦਿੰਦਾ ਉਹਨੂੰ ਲਿਆ ਕੇ ਪ੍ਰਧਾਨ ਬਣਾ ਦਿਓ। ਫਿਰ ਜ਼ਮੀਨਾਂ ਵੇਚਦਾ, ਤਬਾਦਲੇ ਕਰਾਉਂਦਾ, ਉਹ 'ਚੋਂ ਕਮਿਸ਼ਨ ਖਾਂਦਾ, ਤੇ ਉਹ ਬਾਦਲ ਨੂੰ ਵੀ ਦਿੰਦਾ ਤੇ ਆਪ ਵੀ ਖਾਂਦਾ। ਅਸੀਂ ਲੁੱਟੇ ਜਾ ਰਹੇ ਹਾਂ। ਸਾਡਾ ਸਰਮਾਇਆ ਜਿਹੜੀ ਹੱਥ ਲਖਤ ਗ੍ਰੰਥ ਸੀਗੇ ਉਹ ਕਮੇਟੀ ਦੇ ਚੁੱਕੀ ਆ ਕਿਸੇ ਨੂੰ। ਪ੍ਰਬੰਧਕ ਕਮੇਟੀ ਨੂੰ ਹਾਈ ਕੋਰਟ ਪੁੱਛ ਰਿਹਾ, ਜਵਾਬ ਨਹੀਂ ਦੇ ਰਿਹਾ। ਬੀਬੀ ਝੂਠ ਬੋਲਦੀ ਆ ਅਕਾਲ ਤਖਤ ਸਾਹਿਬ ਤੇ। ਚੰਗੀ ਗੱਲ ਇਹ ਆ ਕਿ ਸਾਧ ਸੰਗਤ ਜੀ, ਮੈਂ ਤੁਹਾਡੀ ਕਚਹਿਰੀ 'ਚ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਬੀਬੀ ਦੇ ਵਿੱਚ ਜਾਂ ਇਹਦੇ ਬਾਦਲ ਦੇ ਗ੍ਰੰਥੀ ਵਿੱਚ ਜਾਂ ਬਾਦਲ ਵਿੱਚ ਕੋਈ ਦਮ ਆ ਜਾਂ ਸੱਚ ਆ, ਤੇ ਘੰਟਾ ਘਰ ਦੇ ਸਾਹਮਣੇ ਓਪਨਲੀ ਪ੍ਰੈਸ ਕਾਨਫਰੰਸ ਕਰਨ। ਅਸੀਂ ਉੱਥੇ ਹਾਜ਼ਰ ਹੋਵਾਂਗੇ। ਉੱਥੇ ਸਾਡੀਆਂ ਗੱਲਾਂ ਦਾ ਜਵਾਬ ਦਿਓ ਤੇ ਤੁਸੀਂ ਉਹਦਾ ਨਿਰਣਾ ਕਰੋ। ਇਹਨਾਂ ਨਹੀਂ ਦੇਣਾ ਜਵਾਬ, ਇਹਨਾਂ ਨਹੀਂ ਸਾਹਮਣੇ ਆਉਣਾ, ਤੁਸੀਂ ਇਹ ਨਿਰਣਾ ਕਰ ਲਓ ਕਿ ਇਹਨਾਂ ਨੂੰ ਅਸੀਂ ਗੁਰੂ ਘਰ 'ਚੋਂ ਕੱਢਣਾ। ਤੇ ਉਹ ਕੱਢਣ ਲਈ 22 ਤਰੀਕ ਨੂੰ ਇਲੈਕਸ਼ਨ ਹੋ ਰਹੇ ਨੇ, ਵੋਟਿੰਗ ਹੋ ਰਹੀ ਦਿੱਲੀ 'ਚ। ਉੱਥੋਂ ਇੱਕ ਗੇਟ ਖੁੱਲ੍ਹਦਾ। ਉਹ ਜਦੋਂ ਗੇਟ ਖੁੱਲ੍ਹ ਗਿਆ, ਤੁਸੀਂ ਸਾਡੇ ਹੱਕ 'ਚ ਖਲੋ ਗਏ, ਫਿਰ ਅਸੀਂ ਦਿੱਲੀ ਤੋਂ ਪੰਜਾਬ ਤੱਕ ਦਾ ਸਫ਼ਰ ਆਸਾਨੀ ਨਾਲ ਤੈਅ ਕਰਾਂਗੇ। ਮੈਂ ਇਹੀ ਬੇਨਤੀ ਕਰਦਾ ਹੋਇਆ ਤੁਹਾਡੇ ਤੋਂ ਖਿਮਾ ਚਾਹੁੰਦਾ। ਆਪਣੀ ਕੌਮ ਲਈ, ਆਪਣੇ ਧਰਮ ਲਈ, ਆਪਣੇ ਗੁਰੂ ਲਈ ਕਮਿਟਮੈਂਟ ਰੱਖੋ, ਵਫਾ ਰੱਖੋ, ਤੇ ਉਹਦੀ ਕਮਿਟਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਓ। ਇਹ ਜਿਹੜੇ ਝੂਠ ਬੋਲਦੇ ਨੇ ਅਕਾਲ ਤਖਤ ਤੇ, ਇਹ ਨਿਭਣ ਵਾਲੇ ਨਹੀਂ। ਕਦੀ ਸ਼ਾਹ ਹੁਸੈਨ ਨੇ ਕਿਹਾ ਕਿ ਕਾਲੇ ਪੱਟ ਨਾ ਚੜੇ ਸਫੇਦੀ, ਕਾਖ ਨਾ ਥੀਂਦੇ ਬੱਗੇ। ਕਾਲੇ ਰੇਸ਼ਮ ਨੂੰ ਕਦੀ ਚਿੱਟਾ ਰੰਗ ਨਹੀਂ ਚੜਦਾ, ਕਾਲਾ ਕਾਂ ਕਦੀ ਚਿੱਟਾ ਨਹੀਂ ਹੋਇਆ। ਕਾਲੇ ਪੱਟ ਨਾ ਚੜੇ ਸਫੇਦੀ, ਕਾਗ ਨਾ ਥੀਂਦੇ ਬੱਗੇ। ਸ਼ਾਹ ਹੁਸੈਨ
शहादत पाए ने जड़े मरण मित्रां दे अगे, जिस प्यारे स्यों नेह तिसे आगे मर चलीए, त्रिग जीवन संसार ताके पाछे जीवना। वाहिगुरू जी का खालसा, वाहिगुरू जी की फतेह। संसार भर विच वसदियां समूह गुरु ਸਰੂਪ संगतां नूं दास ਵੱਲੋਂ वाहिगुरू जी का खालसा, वाहिगुरू जी की फतेह। गुरु ਸਰੂਪ ਸਾਧ संगत जी, ਤੁਹਾਨੂੰ कुछ दिनों तो दो गल्लां ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਇੱਕ ਤਾਂ सरसा ਨੂੰ ਕੋਰਟ ਨੇ ਇਹ ਕਲੀਅਰ ਕੀਤਾ ਕਿ ਤੂੰ ਬਾਹਰ ਨਹੀਂ ਜਾ ਸਕਦਾ, ਤੂੰ ਕਰਪਟ ਆ, ਤੂੰ ਕਰਪਸ਼ਨ ਕੀਤੀ ਆ, ਤੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਇਹਦਾ ਪਾਸਪੋਰਟ ਲੈ ਲਿਆ ਜਾਵੇ, ਇਹਨੂੰ ਬਾਹਰ ਜਾਣ ਤੋਂ ਰੋਕਿਆ ਜਾਵੇ। ਕਰੋੜਾਂ ਰੁਪਈਆਂ ਦੀ ਕਰਪਸ਼ਨ ਹੈ, ਉਹਦੇ ਬਾਵਜੂਦ ਸਰਸਾ ਝੂਠ ਬੋਲੀ ਜਾ ਰਿਹਾ ਤੇ ਸੀਟ ਤੇ ਟਿਕਿਆ ਹੋਇਆ। ਇੱਕ ਹਰਪ੍ਰੀਤ ਸਿੰਘ ਨੇ ਜਥੇਦਾਰ ਦੇ ਤੌਰ ਤੇ ਮੀਟਿੰਗ ਬੁਲਾਈ ਅਕਾਲ ਤਖਤ ਸਾਹਿਬ ਤੇ ਉਹਦੇ ਵਿੱਚ ਕੁਝ ਜਿਹੜੇ ਵੀ ਲੋਕ ਆਏ ਬਾਦਲ ਦੇ ਪੰਥਕ ਲੋਕ, ਉਹਨਾਂ ਦੇ ਵਿੱਚ ਇੱਕ ਪੁਲਿਸ ਅਫਸਰ ਆਇਆ ਖਟੜਾ, ਉਹਨੇ ਇੱਕ ਭਾਸ਼ਣ ਕੀਤਾ 1 ਘੰਟੇ ਦਾ, ਉਹਨੂੰ ਸੁਣ ਕੇ ਬੀਬੀ ਜਗੀਰ ਕੌਰ ਨੇ ਆਪਣਾ ਭਾਸ਼ਣ ਕੀਤਾ। ਤੇ ਇਹ ਤਿੰਨ ਚੀਜ਼ਾਂ ਜਿਹੜੀਆਂ, ਤਿੰਨ ਗੱਲਾਂ ਹਰਪ੍ਰੀਤ ਸਿੰਘ ਵੱਲੋਂ, ਪੁਲਿਸ ਅਫਸਰ ਵੱਲੋਂ, ਬੀਬੀ ਜਗੀਰ ਕੌਰ ਵੱਲੋਂ ਜਿਹੜੀਆਂ ਕਹੀਆਂ ਉਹ ਹਜਮ ਨਹੀਂ ਹੋ ਰਹੀਆਂ। ਉਹ ਬਿਲਕੁਲ ਝੂਠ ਦੀ ਕੰਧ ਨੂੰ ਪਾਰ ਕਰਕੇ ਇਹ ਫਿਰ ਬਿਆਨ ਕੀਤੀਆਂ ਗਈਆਂ। ਇੱਕ ਤਾਂ ਜਿਹੜਾ ਪੁਲਿਸ ਅਫਸਰ ਨੇ ਜੋ ਕੁਛ ਵੀ ਭਾਸ਼ਣ ਦਿੱਤਾ ਉਹ ਬੀਬੀ ਨੇ ਸੁਣਿਆ। ਪੁਲਿਸ ਅਫਸਰ ਨੇ ਬਿਆਨ ਦਿੱਤਾ ਕਿ ਇਹ ਜਿਹੜਾ ਦੋਸ਼ੀ ਸੀ ਬਰਗਾੜੀ ਕਾਂਡ ਦਾ ਉਹ ਸਿੱਖ ਬੱਚੇ ਸੀ ਤੇ ਪ੍ਰਚਾਰਕ ਸੀ, ਕਿਉਂਕਿ ਉਹਨਾਂ ਨੇ ਧਰਨੇ ਲਾਏ। ਤੋ ਪੁਲਿਸ ਅਫਸਰ ਨੇ ਇਹ ਨਹੀਂ ਦੱਸਿਆ ਕਿ ਉਹਨੇ 5 ਸਾਲਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹ 'ਚ ਫਿਰ ਫੜਿਆ ਕਿਉਂ ਨਹੀਂ, ਤੁਸੀਂ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਕਿਉਂ ਨਹੀਂ ਫੜਿਆ। ਪੁਲਿਸ ਅਫਸਰ ਇਹ ਨਹੀਂ ਦੱਸਦਾ ਕਿ ਧਰਨੇ ਤੇ ਬੈਠਣ ਵਾਲਿਆਂ ਨੂੰ ਗੋਲੀ ਕਿੰਨੇ ਮਾਰੀ, ਗੋਲੀਆਂ ਨਾਲ ਵਿੰਨਣ ਵਾਲੇ ਨੂੰ ਸਨਮਾਨਿਤ ਕਿਉਂ ਕੀਤਾ ਗਿਆ ਪ੍ਰਬੰਧਕ ਕਮੇਟੀ 'ਚ, ਇਹ ਪੁਲਿਸ ਅਫਸਰ ਨਹੀਂ ਦੱਸਦਾ ਤੇ ਨਾ ਹੀ ਬੀਬੀ ਦੱਸਦੀ। ਬੀਬੀ ਤੇ ਇੱਥੋਂ ਤੱਕ ਕਹਿੰਦੇ ਆ ਕਿ ਇੱਕ ਮਾਂਝੀ ਸਾਂਝੀ ਵਰਗੇ ਪ੍ਰਚਾਰਕਾਂ ਨੇ ਧਰਨੇ ਲਾਏ ਤੇ ਉਹਨਾਂ ਨੇ ਇਹ ਦੋਸ਼ੀ ਨੇ, ਧਰਨਾ ਲਾਉਣ ਵਾਲੇ ਦੋਸ਼ੀ ਨੇ, ਧਰਨੇ ਲਾਉਣ ਵਾਲਿਆਂ ਤੇ ਗੋਲੀ ਚਲਾ ਕੇ ਵਿੰਨਣ ਵਾਲੇ ਦੋਸ਼ੀ ਨਹੀਂ। ਵਿੰਨਣ ਵਾਲੇ ਪੁਲਿਸ ਅਫਸਰਾਂ ਨੂੰ ਹੁਕਮ ਦੇਣ ਵਾਲਾ ਬਾਦਲ ਦੋਸ਼ੀ ਨਹੀਂ। ਬੀਬੀ ਜੀ ਤੁਸੀਂ ਕਿਹਨੂੰ ਬੇਵਕੂਫ ਬਣਾ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੇ ਰਾਮ ਰਹੀਮ ਦਾ ਕੇਸ ਵਾਪਸ ਲਿਆ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਲਿਬਾਸ ਪਾ ਕੇ ਉਹਨੇ ਕੁਕਰਮ ਕੀਤਾ ਸੀ, ਉਹ ਦੋਸ਼ੀ ਨਹੀਂ। ਤੁਸੀਂ ਬੀਬੀ ਜੀ ਸੰਗਤ ਦੀਆਂ ਅੱਖਾਂ 'ਚ ਘਾਟਾ ਨਹੀਂ ਪਾ ਸਕਦੇ। ਤੁਸੀਂ ਨਵੇਂ ਸਿਰਿਓਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਬਣਾ ਕੇ ਪੰਥ ਦਾ ਗਲ ਨਹੀਂ ਘੁੱਟ ਸਕਦੇ, ਨਾ ਹੀ ਤੁਹਾਡਾ ਜਥੇਦਾਰ। ਇਹ ਜਥੇਦਾਰ ਹਰਪ੍ਰੀਤ ਸਿੰਘ ਦੱਸੂਗਾ ਕਿ ਇਹ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਵਿੱਚ ਕਮਿਸ਼ਨ ਬਣਾਇਆ, ਸਿੱਟ ਬਣਾਈ, ਕਿਸੇ ਨੂੰ ਮੰਨਿਆ, ਕਿਸੇ ਸਿੱਟ ਨੂੰ, ਕਿਸੇ ਕਮਿਸ਼ਨ ਨੂੰ ਮਾਨਤਾ ਦਿੱਤੀ? ਪ੍ਰਬੰਧਕ ਕਮੇਟੀ ਬਾਦਲ ਤੇ ਅਕਾਲ ਤਖਤ ਇਕੱਠੇ ਚੱਲਦੇ ਰਹੇ। ਬਾਦਲ ਦੇ ਕਹੇ ਤੇ ਅਕਾਲ ਤਖਤ ਤੇ 5 ਗ੍ਰੰਥੀਆਂ ਨੇ ਉਹਦੀ ਕੋਠੀ ਆ ਕੇ ਰਾਮ ਰਹੀਮ ਨੂੰ ਮਾਫੀ ਦਿੱਤੀ। ਉਸ ਮਾਫੀ ਨੂੰ ਜਸਟੀਫਾਈ ਕਰਨ ਲਈ 96 ਲੱਖ ਦੇ ਇਸ਼ਤਿਹਾਰ ਕਮੇਟੀ ਨੇ ਦਿੱਤੇ। ਬੀਬੀ ਜੀ 96 ਲੱਖ ਰੁਪਈਆ, 10 ਲੱਖ ਸਿੱਖ ਜਦੋਂ ਮੱਥਾ ਟੇਕਦੇ ਤਾਂ ਪੂਰਾ ਹੁੰਦਾ, ਤੁਸੀਂ ਪਾਣੀ ਦੀ ਤਰ੍ਹਾਂ ਬਹਾਇਆ। ਇਹ 10 ਲੱਖ ਸਿੱਖਾਂ ਦੀ ਨੇਕ ਨੀਅਤ ਦੀ ਕਮਾਈ ਤੁਸੀਂ ਰਾਮ ਰਹੀਮ ਨੂੰ ਜਸਟੀਫਾਈ ਕਰਨ ਲਈ ਦਿੱਤੀ ਹੈ। ਅੱਜ ਤੁਸੀਂ ਕੀ ਅਕਾਲ ਤਖਤ ਤੇ ਨਵਾਂ ਪ੍ਰਪੰਚ ਰਚ ਰਹੇ ਹੋ? ਇਹ ਦੱਸ ਰਹੇ ਕਿ ਇਹ ਪ੍ਰਕਾਸ਼ ਸਿੰਘ ਬਾਦਲ ਜਿਹੜਾ, ਇਹਦੇ ਖਿਲਾਫ ਅੱਜ ਗੱਲ ਕਿਉਂ ਹੋ ਰਹੀ ਹੈ? 15 ਦੀ ਗੱਲ ਕਿਉਂ ਹੋ ਰਹੀ, 84 ਦੀ ਕਿਉਂ ਨਹੀਂ ਹੋ ਰਹੀ? 84 ਦੀ ਗੱਲ ਕਿਹਨੇ ਕਰਨੀ ਸੀ? ਸਰਕਾਰਾਂ ਤੁਹਾਡੇ ਕੋਲ ਰਹੀਆਂ, ਕਮੇਟੀ ਤੁਹਾਡੇ ਕੋਲ, ਅਕਾਲ ਤਖਤ ਤੁਹਾਡੇ ਕੋਲ। 84 ਤੁਹਾਡੇ ਹੱਡਾਂ ਚੋਂ ਨਿਕਲੀ, ਤੁਹਾਡੀਆਂ ਅੱਖਾਂ ਸਾਹਮਣੇ ਬੀਤੀ, ਤਾਂ 84 ਦਾ ਜਸਟਿਸ ਲੈਣਾ ਕਿਹਨੇ ਸੀ? ਇਹ ਤੁਸੀਂ ਜਿਹੜਾ ਕਹਿ ਰਹੇ ਹੋ ਨਾ ਕਿ ਪ੍ਰਚਾਰਕ ਦੋਸ਼ੀ ਸੀ, ਸਿੱਖ ਦੋਸ਼ੀ ਸੀ, ਇਸ ਤਰ੍ਹਾਂ ਕਦੀ ਮਲੂਕੇ ਨੇ ਵੀ ਕਿਹਾ ਸੀਗਾ ਸਟੇਜ ਤੇ, ਤੇ ਪਰ ਇੱਕ ਸਿੱਖ ਨੇ ਥੱਪੜ ਮਾਰਿਆ ਸੀ ਉਹਦੇ ਮੂੰਹ ਤੇ, ਉਦੋਂ ਉਹ ਤੁਹਾਨੂੰ ਯਾਦ ਹੋਊਗਾ। ਸੰਗਤ ਦੇ ਵਿੱਚ ਨਾ ਕਹਿ ਬੈਠੇ ਹੋ ਕਿਤੇ। ਇਹ ਜਿਹੜਾ ਵੀ
ਤੁਸੀਂ ਭਾਸ਼ਣ ਸੁਣ ਕੇ ਅੱਗੇ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਇੱਕ ਹੋਰ ਬੜਾ ਵੱਡਾ ਝੂਠ ਬੋਲਿਆ। ਇੱਕ ਤੇ ਝੂਠਾ ਤੁਹਾਡਾ ਹਰਪ੍ਰੀਤ ਸਿੰਘ ਜਿਹੜਾ ਜਥੇਦਾਰ ਬਣਾਇਆ ਤੁਸੀਂ, ਉਹਨੇ ਆਪਣੇ ਯਾਰ ਨੂੰ ਜੱਜ ਬਣਾ ਕੇ ਪੇਸ਼ ਕੀਤਾ, ਵਕੀਲ ਕਹਿ ਕੇ ਲਿਆਂਦਾ ਤੇ ਹੈਗਾ ਮੁਜਰਮ ਜਿਹਨੂੰ 5 ਸਾਲ ਦੀ ਸਜ਼ਾ ਹੋਈ ਹੈ ਕਰਨਾਟਕਾ 'ਚ। ਉਹ ਮੁਜਰਮ ਜਿਹੜਾ ਉਹਨੂੰ ਕਰਨਾਟਕਾ ਦਾ ਉਹਨੂੰ ਤੇਲੰਗਾਨਾ ਦਾ ਐਡਵੋਕੇਟ ਕਹਿ ਕੇ ਲਿਆਂਦਾ ਤੇ ਉਹਨੂੰ ਇੱਕ ਇਨਕੁਆਇਰੀ ਦਿੱਤੀ ਤੇ ਜੱਜ ਆਇਆ ਨਹੀਂ ਤੇ ਜੱਜ ਇਹਨੂੰ ਬਣਾਤਾ ਤੇ ਉਸਨੇ ਜੋ ਕੁਫਰ ਤੋਲਿਆ ਉਹ ਤੁਹਾਡੇ ਸਾਹਮਣੇ ਹੈ। ਬੀਬੀ ਜੀ 327 ਸਰੂਪ ਕਿੱਥੇ ਗਏ? ਇਹ ਤੁਹਾਡਾ ਮਿਸਟਰ ਆਲੀ ਦੱਸ ਸਕਦਾ ਹੈ, ਡਾਕਟਰ ਰੂਪ ਸਿੰਘ ਦੱਸ ਸਕਦਾ ਹੈ, ਗੁਰਬਚਨ ਸਿੰਘ ਦੱਸ ਸਕਦਾ। ਇੱਕ ਹੋਰ ਜਿਹਦਾ ਮੈਨੂੰ ਨਾਂ ਨਹੀਂ ਆਉਂਦਾ, 4 ਤੁਹਾਡੇ ਸਕੱਤਰਾਂ ਦੇ ਸਾਈਨਾਂ ਨਾਲ ਸਲਿੱਪਾਂ ਬਣੀਆਂ, ਉਹ ਕਮਲਜੀਤ ਸਿੰਘ ਕੋਲ ਗਈਆਂ, ਉਹਨੇ ਉਹ ਸਰੂਪ ਚੁਕਾਏ। ਇਹ ਤੁਸੀਂ ਦੱਸ ਸਕਦੇ ਹੋ ਕਿਹੜੀ ਆਈਡੀ ਦੇ ਕੋਲ ਗਏ? ਅੱਜ ਤੁਸੀਂ ਇਹ ਕਹਿ ਦਿੱਤਾ ਹਰਪ੍ਰੀਤ ਸਿੰਘ ਨੇ ਕਿ ਉਹਨਾਂ ਦੇ ਪੈਸੇ ਨਹੀਂ ਆਏ, ਪੇਮੈਂਟ ਨਹੀਂ ਆਈ, ਹੋਰ ਕੋਈ ਲਫੜਾ ਨਹੀਂ। ਜੇ ਪੇਮੈਂਟ ਨਹੀਂ ਆਈ ਖਸਮਾਂ ਨੂੰ ਖਾਏ, ਤੁਸੀਂ ਪੇਮੈਂਟ ਖਾ ਗਏ ਜਾਂ ਕੋਈ ਹੋਰ ਖਾ ਗਿਆ, ਪਰ ਆਈਡੀ ਦੱਸੋ ਕਿੱਥੇ ਗਏ? ਬਿਨਾਂ ਆਈਡੀ ਤੋਂ ਤੁਸੀਂ ਕਿੱਥੇ ਭੇਜ ਦਿੱਤੇ? ਤੁਸੀਂ ਝੂਠ ਕਿਉਂ ਬੋਲਦੇ ਹੋ? ਤੁਸੀਂ ਇੱਕ ਹੋਰ ਝੂਠ ਬੋਲਿਆ ਕਿ 84 ਦੇ ਵਿੱਚ ਇੱਥੋਂ ਏਜੰਸੀਆਂ 2500 ਸਰੂਪ ਲੈ ਗਈਆਂ। ਤੁਸੀਂ ਇੱਥੇ ਬੜਾ ਤਕੜਾ ਝੂਠ ਬੋਲ ਰਹੇ। 8 ਸਾਲ ਤੋਂ ਤੁਸੀਂ ਜਵਾਬ ਨਹੀਂ ਦੇ ਰਹੇ ਹਾਈ ਕੋਰਟ 'ਚ। ਹਾਈ ਕੋਰਟ ਤੁਹਾਨੂੰ ਨੋਟਿਸ ਦੇ ਕੇ ਪੁੱਛ ਰਿਹਾ ਕਿ ਇਹ ਖਜ਼ਾਨਾ ਕਿੱਥੇ ਗਿਆ ਜਿਹੜਾ 84 ਦੇ ਵਿੱਚ ਫੌਜ ਲੈ ਗਈ ਜਾਂ CBI ਲੈ ਗਈ, ਉਹ ਕਿੱਥੇ ਗਿਆ? ਉਹ ਖਜ਼ਾਨਾ 90 ਤੋਂ ਪਹਿਲਾਂ 3 ਕਿਸ਼ਤਾਂ 'ਚ ਤੁਹਾਨੂੰ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਨੂੰ ਦਿੱਤਾ ਉਹਨਾਂ ਦੇ ਰਸੀਵ ਦੇ ਸਾਈਨ ਨੇ, ਉਹ CBI ਦੇ ਕੋਲ ਨੇ, ਉਹ ਕੋਰਟ ਦੇ ਕੋਲ ਨੇ ਤੇ ਕੋਰਟ ਨੇ ਤੁਹਾਨੂੰ ਦਿਖਾਏ ਨੇ ਵੀ ਆਹ ਦੇਖੋ ਤੁਹਾਨੂੰ ਸੌਂਪੇ ਗਏ, ਦੱਸੋ ਕਿੱਥੇ ਗਿਆ? ਤੁਸੀਂ ਜਵਾਬ ਨਹੀਂ ਦੇ ਰਹੇ। ਨਾ ਦਿੱਤਾ ਮੱਕੜ ਨੇ, ਨਾ ਦਿੱਤਾ ਗੋਬਿੰਦ ਲੌਂਗੋਵਾਲ ਨੇ, ਨਾ ਦੇ ਰਹੇ ਹੋ ਤੁਸੀਂ। ਤੇ ਝੂਠ ਬੋਲ ਰਹੇ ਹੋ ਕਿ ਸਾਨੂੰ ਉਹ ਖਜ਼ਾਨਾ ਨਹੀਂ ਮਿਲ ਰਿਹਾ। ਉਹਦੀ ਗੱਲ ਕੌਣ ਨਹੀਂ ਕਰ ਰਿਹਾ? ਤੁਹਾਡੇ ਤੋਂ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਦੇ ਹੁੰਦਿਆਂ ਮੈਂ 3 ਘੰਟਾ ਘਰ ਦੇ ਅੱਗੇ ਧਰਨਾ ਦੇ ਕੇ ਆਇਆ ਕਿ ਸਾਨੂੰ ਦੱਸੋ ਸਰੂਪ ਕਿੱਥੇ ਗਏ। ਤੁਸੀਂ ਦੱਸਣ ਜੋਗੇ ਹੈ ਨਹੀਂ, ਕਿਉਂਕਿ ਤੁਸੀਂ ਕੌਮ ਦੇ ਦੁਸ਼ਮਣਾਂ ਨੂੰ ਉਹ ਬੇਸ਼ਕੀਮਤ ਸਰਮਾਇਆ ਸੌਂਪ ਚੁੱਕੇ ਹੋ ਬਾਦਲ ਦੇ ਹੁਕਮ ਨਾਲ। ਬਾਦਲ ਦਾ ਤੁਸੀਂ ਨਾਂ ਨਹੀਂ ਲੈਣਾ ਚਾਹੁੰਦੇ। ਇਹ ਸਰਮਾਇਆ ਵਾਪਸ ਆਉਣਾ ਚਾਹੀਦਾ। ਬੀਬੀ ਜੀ ਤੁਸੀਂ ਜਵਾਬ ਦਿਓ, ਤੁਸੀਂ ਕੁਝ ਸੋਚ ਸਮਝ ਕੇ ਬੋਲੋ। ਇਹ ਅਕਾਲ ਤਖਤ ਦਾ ਮਿਸਯੂਜ਼ ਨਾ ਕਰੋ। ਇਹ ਬਾਦਲ ਨੇ ਦੁਬਾਰਾ ਘੋੜੀ ਤੇ ਨਹੀਂ ਚੜ੍ਹਨਾ, ਉਹਦਾ ਦੁਬਾਰਾ ਸੂਰਜ ਨਹੀਂ ਚੜ੍ਹਨਾ। ਇਹ ਕੌਮ ਨੂੰ ਜ਼ਿਆਦਾ ਘੱਟੇ ਕੌਡੀਆਂ ਨਾ ਰਲਾਓ। ਜਿੰਨਾ ਕਿ ਤੁਸੀਂ ਖਾ ਲਿਆ ਸਬਰ ਕਰੋ। ਇੱਕ ਤੁਹਾਡਾ ਉਹ ਪਿਆਦਾ ਸਰਸਾ ਜਿਹੜਾ ਝੂਠ ਤੇ ਝੂਠ ਬੋਲੀ ਜਾ ਰਿਹਾ, ਝੂਠ ਤੇ ਝੂਠ ਬੋਲੀ ਜਾ ਰਿਹਾ। ਅਪ੍ਰੈਲ 'ਚ ਕਹਿੰਦਾ ਜੀ ਮੈਂ 2 ਮਹੀਨਿਆਂ 'ਚ ਇੱਥੇ ਯੂਨੀਵਰਸਿਟੀ ਸਥਾਪਿਤ ਕਰ ਦੂੰਗਾ, ਇਤਿਹਾਸਕ ਫੈਸਲਾ ਹੋਊਗਾ। 2 ਮਹੀਨਿਆਂ 'ਚ ਇੱਕ ਤੇ ਯੂਨੀਵਰਸਿਟੀ ਦੀ ਉਹ ਦਿੱਲੀ 'ਚ ਜਗ੍ਹਾ ਕਿੱਥੋਂ ਲਿਆਊਗਾ? ਇੱਕ ਪੈਸਾ ਕਿੱਥੋਂ ਲਿਆਊਗਾ? ਬੀਬੀ ਜੀ ਤੁਸੀਂ ਉਹਨੂੰ ਕਿਉਂ ਨਹੀਂ ਦੱਸਦੇ ਕਿ ਅਸੀਂ ਜਿਹੜੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੀ ਬਣਾਈ ਸੀ ਅਰਬਾਂ ਰੁਪਈਆ ਲਾ ਕੇ, ਉਹ ਬੰਦ ਪਈ ਆ ਸਾਲ ਤੋਂ। ਸਾਡੇ ਕਾਲਜ ਬੰਦ ਪਏ ਨੇ, ਉਹ ਚੱਲ ਨਹੀਂ ਰਹੇ। ਦਿੱਲੀ ਦੇ ਸਕੂਲ ਬੰਦ ਪਏ ਨੇ, ਸਕੂਲ ਦੇ ਨਾਲ ਕਾਲਜ ਬੰਦ ਪਏ ਨੇ। ਤੇ ਉਹ ਝੂਠ ਬੋਲੀ ਜਾ ਰਿਹਾ ਕਿ ਮੇਰੇ 2 ਸਾਲ ਬੇਮਿਸਾਲ ਤੇ ਹੈ, ਕਿਉਂਕਿ ਮਿਸਾਲ ਉਹਨਾਂ ਦੀ ਮਿਲਦੀ ਨਹੀਂ। ਲੱਖੀ ਸ਼ਾਹ ਵਣਜਾਰਾ ਹਾਲ ਹੋਵੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ ਅੰਤਮ ਸੰਸਕਾਰ ਹੋਇਆ ਹੋਵੇ, ਤਾਂ ਲੱਖੀ ਸ਼ਾਹ ਵਣਜਾਰਾ ਹਾਲ 'ਚ ਨਾਈ ਸਿਰ ਮੁੰਨਣ, ਲੱਖੀ ਸ਼ਾਹ ਵਣਜਾਰਾ ਹਾਲ 'ਚ ਫਿਲਮੀ ਗਾਣੇ ਚੱਲਣ, ਇਹ ਬੇਮਿਸਾਲ ਹੀ ਗੱਲ ਕਹੀ ਜਾ ਸਕਦੀ ਹੈ। ਇੱਕ 84 ਦੇ ਸਿੱਖਾਂ ਦਾ ਖੂਨ ਦਾ ਮੁੱਲ ਲੈਣ ਵਾਲਾ ਜਿਹੜਾ ਸਰਸਾ ਆਇਆ, ਉਸਨੇ 12 ਕਰੋੜ ਰੁਪਈਆ ਲਿਆ ਅਮਿਤਾਭ ਬੱਚਨ ਤੋਂ, ਸਾਰੀ ਕੌਮ ਕੁਰਲਾਈ, ਉਹ ਵਾਪਸ ਕੀਤਾ। ਕਿਉਂ ਲਿਆ ਗਿਆ? ਉਹ ਜਵਾਬ ਦਿਓ। ਤੁਸੀਂ ਗੱਲ ਤੇ ਝੂਠ ਬੋਲਿਆ। ਹੁਣ ਤੁਸੀਂ ਇੱਕ ਦਿੱਲੀ ਕਮੇਟੀ ਵੱਲੋਂ ਸੋਸ਼ਲ ਮੀਡੀਆ ਤੇ ਲੱਖ ਰੁਪਇਆ ਰੋਜ਼ ਖਰਚ ਕਰਕੇ ਝੂਠ ਦਾ ਕੁਫਰ ਤੋਲਦੇ ਹੋ ਤੇ ਜਿਹੜਾ ਤੁਹਾਡੇ ਕਾਲੇ ਕਾਰਨਾਮੇ ਉਹਨਾਂ ਨੂੰ ਢੱਕ ਦਿਓ। ਤੁਹਾਡੇ ਸਕੂਲਾਂ 'ਚ ਪੇਮੈਂਟ ਨਹੀਂ ਜਾ ਰਹੀ, ਤੁਹਾਡੇ ਸਕੂਲ ਬੰਦ ਪਏ ਨੇ, ਤੁਹਾਡੇ ਕਾਲਜ ਬੰਦ ਪਏ ਨੇ। ਜਾਂ ਤੁਸੀਂ ਇਹ ਦੱਸੋ ਕੋਈ ਈਸਾਈ ਭਾਈਚਾਰੇ ਦਾ ਅਦਾਰਾ ਬੰਦ ਹੋਵੇ, ਕੋਈ ਕਾਲਜ ਬੰਦ ਹੋਵੇ, ਕੋਈ ਹਸਪੀਟਲ ਬੰਦ ਹੋਵੇ, ਜਾਂ ਦੱਸੋ ਆਰੀਆ ਸਮਾਜ ਭਾਈਚਾਰੇ ਦਾ ਕੋਈ ਕਾਲਜ ਬੰਦ ਹੋਵੇ, ਹਸਪੀਟਲ ਬੰਦ ਹੋਵੇ, ਸਕੂਲ ਬੰਦ ਹੋਵੇ। ਫਿਰ ਸਾਡੇ ਕਿਉਂ ਕਾਲੀ ਕੀੜੀ ਪਈ ਹੈ? ਤੁਸੀਂ ਕਿਉਂ ਕੌਮ ਨੂੰ ਗੁੰਮਰਾਹ ਕਰ ਰਹੇ ਹੋ?
ਮੈਂ ਤੇ ਹੁਣ ਬਾਰ-ਬਾਰ ਸਿੱਖ ਕੌਮ ਨੂੰ ਹੀ ਇਹ ਅਪੀਲ ਕਰਦਾ ਕਿ ਇਹ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਡਰ ਤੋਂ, ਉਹਦੇ ਭੈ ਭਾਵਨੀ 'ਚ ਰਹਿ ਕੇ ਇਹਨਾਂ ਨੂੰ ਦਰਕਨਾਰ ਕਰੋ। ਇਹਨਾਂ ਨੇ ਜਿਹੜੀ ਹਨੇਰੀ ਗੁਫਾ ਦੇ ਵਿੱਚ ਸਿੱਖ ਕੌਮ ਨੂੰ ਸੁੱਟ ਦਿੱਤਾ, ਉਹਦੇ 'ਚੋਂ ਨਿਕਲਣ ਦਾ ਰਸਤਾ ਹੁਣ ਬਣਿਆ, ਇਸ ਨੂੰ ਕੱਢ ਲਓ। ਇਹਦਾ ਰਸਤਾ ਸਭ ਤੋਂ ਪਹਿਲਾਂ ਦਿੱਲੀ 'ਚੋਂ ਸ਼ੁਰੂ ਹੁੰਦਾ। ਦਿੱਲੀ ਦੇ ਵਿੱਚ 22 ਤਰੀਕ ਨੂੰ ਇਲੈਕਸ਼ਨ ਹੋਣੇ ਨੇ, ਉੱਥੇ ਸਾਡੀ ਸਪੋਰਟ ਕਰੋ। ਉੱਥੇ ਸਾਡੀ ਸਪੋਰਟ ਕਰਕੇ ਹਰ ਤਰੀਕੇ ਨਾਲ ਸਪੋਰਟ ਕਰੋ, ਹਰੇਕ ਸਿੱਖ ਸਪੋਰਟ ਕਰੇ। ਸਾਡੇ ਨਾਲ ਸਹਿਮਤ ਹੋ ਕੇ ਅਸੀਂ ਰਲ ਮਿਲ ਕੇ ਪੰਜਾਬ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਨੂੰ ਬਚਾਉਣ ਵਾਲੇ ਪਾਸੇ ਨੂੰ ਤੋਰੀਏ। ਸਾਡੇ ਕੋਲ ਬੜੇ ਵੱਡੇ ਦਾਨਸ਼ਵਰ ਸਿੱਖ, ਡਾਕਟਰ ਇੰਦਰਜੀਤ ਸਿੰਘ ਵਰਗੇ ਚੇਅਰਮੈਨ ਵਰਗੇ ਸਿੱਖ ਅਜੇ ਵੀ ਮੌਜੂਦ ਨੇ। ਅਸੀਂ ਉਹੋ ਜਿਹੇ ਸਿੱਖਾਂ ਨੂੰ ਅਗਵਾਈ ਦੇ ਕੇ ਇਹ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਲੋਟੂ ਟੋਲਾ ਲਿਆ ਕੇ, ਜਿਹੜਾ ਵੀ ਲੁੱਟਣ ਵਾਲਾ ਪ੍ਰਧਾਨ ਬਾਦਲ ਨੂੰ ਪੈਸੇ ਦਿੰਦਾ ਉਹਨੂੰ ਲਿਆ ਕੇ ਪ੍ਰਧਾਨ ਬਣਾ ਦਿਓ, ਫਿਰ ਜ਼ਮੀਨਾਂ ਵੇਚਦਾ, ਤਬਾਦਲੇ ਕਰਾਉਂਦਾ, ਉਹ 'ਚੋਂ ਕਮਿਸ਼ਨ ਖਾਂਦਾ ਤੇ ਉਹ ਬਾਦਲ ਨੂੰ ਵੀ ਦਿੰਦਾ ਤੇ ਆਪ ਵੀ ਖਾਂਦਾ। ਅਸੀਂ ਲੁੱਟੇ ਜਾ ਰਹੇ ਹਾਂ। ਸਾਡਾ ਸਰਮਾਇਆ ਜਿਹੜੀ ਹੱਥ ਲਖਤ ਗ੍ਰੰਥ ਸੀਗੇ ਉਹ ਕਮੇਟੀ ਦੇ ਚੁੱਕੀ ਆ ਕਿਸੇ ਨੂੰ। ਪ੍ਰਬੰਧਕ ਕਮੇਟੀ ਨੂੰ ਹਾਈ ਕੋਰਟ ਪੁੱਛ ਰਿਹਾ, ਜਵਾਬ ਨਹੀਂ ਦੇ ਰਿਹਾ। ਬੀਬੀ ਝੂਠ ਬੋਲਦੀ ਆ ਅਕਾਲ ਤਖਤ ਸਾਹਿਬ ਤੇ। ਚੰਗੀ ਗੱਲ ਇਹ ਆ ਕਿ ਸਾਧ ਸੰਗਤ ਜੀ, ਮੈਂ ਤੁਹਾਡੀ ਕਚਹਿਰੀ 'ਚ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਬੀਬੀ ਦੇ ਵਿੱਚ ਜਾਂ ਇਹਦੇ ਬਾਦਲ ਦੇ ਗ੍ਰੰਥੀ ਵਿੱਚ ਜਾਂ ਬਾਦਲ ਵਿੱਚ ਕੋਈ ਦਮ ਆ ਜਾਂ ਸੱਚ ਆ, ਤੇ ਘੰਟਾ ਘਰ ਦੇ ਸਾਹਮਣੇ ਓਪਨਲੀ ਪ੍ਰੈਸ ਕਾਨਫਰੰਸ ਕਰਨ। ਅਸੀਂ ਉੱਥੇ ਹਾਜ਼ਰ ਹੋਵਾਂਗੇ, ਉੱਥੇ ਸਾਡੀਆਂ ਗੱਲਾਂ ਦਾ ਜਵਾਬ ਦਿਓ ਤੇ ਤੁਸੀਂ ਉਹਦਾ ਨਿਰਣਾ ਕਰੋ। ਇਹਨਾਂ ਨਹੀਂ ਦੇਣਾ ਜਵਾਬ, ਇਹਨਾਂ ਨਹੀਂ ਸਾਹਮਣੇ ਆਉਣਾ, ਤੁਸੀਂ ਇਹ ਨਿਰਣਾ ਕਰ ਲਓ ਕਿ ਇਹਨਾਂ ਨੂੰ ਅਸੀਂ ਗੁਰੂ ਘਰ ਚੋਂ ਕੱਢਣਾ। ਤੇ ਉਹ ਕੱਢਣ ਲਈ 22 ਤਰੀਕ ਨੂੰ ਇਲੈਕਸ਼ਨ ਹੋ ਰਹੇ ਨੇ, VOTING ਹੋ ਰਹੀ ਦਿੱਲੀ 'ਚ। ਉੱਥੋਂ ਇੱਕ ਗੇਟ ਖੁੱਲ੍ਹਦਾ, ਉਹ ਜਦੋਂ ਗੇਟ ਖੁੱਲ੍ਹ ਗਿਆ, ਤੁਸੀਂ ਸਾਡੇ ਹੱਕ 'ਚ ਖਲੋ ਗਏ, ਫਿਰ ਅਸੀਂ ਦਿੱਲੀ ਤੋਂ ਪੰਜਾਬ ਤੱਕ ਦਾ ਸਫ਼ਰ ਆਸਾਨੀ ਨਾਲ ਤੈਅ ਕਰਾਂਗੇ। ਇਹ ਮੈਂ ਇਹੀ ਬੇਨਤੀ ਕਰਦਾ ਹੋਇਆ ਤੁਹਾਡੇ ਤੋਂ ਖਿਮਾ ਚਾਹੁੰਦਾ। ਆਪਣੀ ਕੌਮ ਲਈ, ਆਪਣੇ ਧਰਮ ਲਈ, ਆਪਣੇ ਗੁਰੂ ਲਈ ਕਮਿਟਮੈਂਟ ਰੱਖੋ, ਵਫਾ ਰੱਖੋ ਤੇ ਉਹਦੀ ਕਮਿਟਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਓ। ਇਹ ਜਿਹੜੇ ਝੂਠ ਬੋਲਦੇ ਨੇ ਅਕਾਲ ਤਖਤ ਤੇ, ਇਹ ਨਿਭਣ ਵਾਲੇ ਨਹੀਂ। ਕਦੀ ਸ਼ਾਹ ਹੁਸੈਨ ਨੇ ਕਿਹਾ ਕਿ ਕਾਲੇ ਪੱਟ ਨਾ ਚੜੇ ਸਫੇਦੀ, ਕਾਖ ਨਾ ਥੀਂਦੇ ਬੱਗੇ। ਕਾਲੇ ਰੇਸ਼ਮ ਨੂੰ ਕਦੀ ਚਿੱਟਾ ਰੰਗ ਨਹੀਂ ਚੜਦਾ, ਕਾਲਾ ਕਾਂ ਕਦੀ ਚਿੱਟਾ ਨਹੀਂ ਹੋਇਆ। ਕਾਲੇ ਪੱਟ ਨਾ ਚੜੇ ਸਫੇਦੀ, ਕਾਗ ਨਾ ਥੀਂਦੇ ਬੱਗੇ। ਸ਼ਾਹ ਹੁਸੈਨ ਸ਼ਹਾਦਤ ਪਾਏ ਨੇ ਜਿਹੜੇ ਮਰਨ ਮਿੱਤਰਾਂ ਦੇ ਅੱਗੇ। ਜਿਸ ਪਿਆਰੇ ਸੋਨੇਹ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਭਰ ਵਿੱਚ ਵਸਦੀਆਂ